गुरु जी दी साजी नवाजी गुरु रूप गुरु प्यारी साध संगत जी। वाहिगुरु जी का खालसा वाहिगुरु जी की फतेह। गुरमुख प्यारे जो ਆਪਾਂ ਨੂੰ सतगुरु गुरबाणी गुरु राही उपदेश दे रहे, सतगुरु समझाउंदे ये जो मन है ये संसार दे विच आके ये अपना आपा भुल जाता, अपने घर नूं भुल जाता, निज महल नूं, अपना जो देश है परलोक उसनूं भुल जाता है, अपने माता पिता नूं भुल जाता है। संसार दा बारी तां ज्ञान ले ले, पर जो अंदर दा भेद सी वो अंदर दा भेद भुल गया। जिवें आपां संसार च देखते हैं भी एक बच्चा हुंदा है, वो बच्चे नूं भी आपदा बारी घर दा सारा ज्ञान हुंदा है कि साडे घर दे विच खाना किथे खाना है, इशनान किथे करना है, सौना किथे है, उन्होंने सारा ज्ञान है अपने घर च। और मन है जिहड़ा इन्ना अज्ञानी हो गया भी ये अपने घर नहीं भुल गया, इनू नहीं पता भी मेरा जिहड़ा घर है उत्थे मैं घर दे विच इशनान किथे करना, जिहड़ा भोजन है मन है वो भोजन किथे छकना है, किथों छकना है, वो भी भुल गया। जिसे मन ने आराम करना विश्राम करना वो भी भुल गया भी इसने आराम किथे करना, विश्राम कदों करना। ते निज महल का जो दरवाजा सी दारो दर भी भुल गया। सिर्फ की सिखिया इसने इधर संसार दे विच वैर विरोध करना, ईरखा करनी, नफरत करनी, हौमे हंकार दे विच रहना, दूसरियां दी निंदिया करनी, ये इन्हें बड़ा चंगी तरह सीखी। ये जो अपने घर का भेद सी
ਉਹ ਸਾਰਾ ਕੁਝ ਹੀ ਭੁੱਲ ਗਿਆ। ਜਿਵੇਂ ਹੁਣ ਤੁਸੀਂ ਕਿਸੇ ਨੂੰ ਪੁੱਛੋ ਵੀ ਜੋ ਅਸੀਂ ਗੁਰਬਾਣੀ ਪੜ੍ਹ ਕੇ ਵਿਚਾਰ ਕੇ ਖੋਜ ਕੇ ਜੋ ਅਸੀਂ ਸਾਰਾ ਆਪਣੇ ਅੰਦਰ ਦਾ ਭੇਤ ਲੈਣਾ ਸੀ, ਜਿਹੜਾ ਸਾਡੇ ਅੰਦਰ ਦਾ ਪਰਿਵਾਰ ਸੀ ਸੁਖਮ, ਤੁਸੀਂ ਉਹਦੇ ਬਾਰੇ ਪੁੱਛੋ ਵੀ ਤੁਹਾਨੂੰ ਪਤਾ ਤੁਹਾਡੇ ਮਨ ਦਾ ਜਨਮ ਕਿੱਥੋਂ ਹੋਇਆ? ਜਿਹਨੇ ਸੰਗਤ ਨਹੀਂ ਕੀਤੀ ਉਹ ਕਹਿੰਦਾ ਪਤਾ ਨਹੀਂ ਜੀ। ਤੁਹਾਨੂੰ ਪਤਾ ਹੈ ਵੀ ਜਿਹੜੇ ਧਰਮ ਰਾਏ ਚਿਤਰਗੁਪਤ ਇਹ ਜਾਣ ਇਹਨਾਂ ਦਾ ਜਨਮ ਕਿੱਥੋਂ ਹੋਇਆ ਤੇ ਇਹਨਾਂ ਦੀ ਕੀ ਡਿਊਟੀ ਹੈ, ਉਹਦਾ ਵੀ ਪਤਾ ਨਹੀਂ ਜੀ। ਜੋ ਆਤਮਾ ਹੈ ਉਹ ਆਤਮਾ ਦੀ ਕੀ ਡਿਊਟੀ ਹੈ ਤੇ ਆਤਮਾ ਇੱਥੇ ਸਾਡੇ ਅੰਦਰ ਪਤਾ ਨਹੀਂ ਜੀ। ਇਹ ਕਾਮ ਕ੍ਰੋਧ ਲੋਭ ਅਹੰਕਾਰ ਇਹ ਸਾਡੇ ਪਰਿਵਾਰ ਦੇ ਮੈਂਬਰ ਇਹ ਕਿੱਥੇ ਵੱਸਦੇ ਇਹਦੇ ਬਾਰੇ ਪਤਾ ਹੀ ਨਹੀਂ ਪਤਾ ਜੀ। ਤ੍ਰੈ ਗੁਣ ਮਾਇਆ ਕੀ ਹੈ ਉਹਦੇ ਬਾਰੇ ਵੀ ਨਹੀਂ ਪਤਾ। ਫਿਰ ਜੇ ਇਹੋ ਨਹੀਂ ਪਤਾ ਤੇ ਫਿਰ ਪਤਾ ਕਾਹਦਾ? ਸਿਰਫ ਇੱਕੋ ਹੀ ਗੱਲ ਦਾ ਲੜਨ ਦਾ, ਵੈਰ ਵਿਰੋਧ ਕਰਨ ਦਾ ਉਹਦਾ ਪਤਾ ਹੈ। ਲੜੀ ਜਾਓ, ਦੂਸਰਿਆਂ ਦੀ ਨਿੰਦਿਆ ਕਰੀ ਜਾਓ, ਈਰਖਾ ਵੈਰ ਵਿਰੋਧ ਨਫ਼ਰਤ ਕਰੀ ਜਾਓ। ਸੋ ਇਸ ਵਾਸਤੇ ਫਿਰ ਮਹਾਰਾਜ ਦੱਸਦੇ ਵੀ ਜੀਵ ਜਿਹੜਾ ਇਹ ਸਾਰਾ ਕੁਝ ਜਦੋਂ ਭੁੱਲ ਜਾਂਦਾ ਕਹਿੰਦੇ ਪਸ਼ੂ ਵਰਗਾ, ਪਸ਼ੂ ਤੋਂ ਵੀ ਭੈੜਾ ਹੋ ਗਿਆ। ਬਿਹੈਜ਼ਾ ਦੇਖਣ ਨੂੰ ਮਾਨਸ ਹੈ ਪਰ ਹੈ ਪਸ਼ੂਆਂ ਤੋਂ ਵੀ ਭੈੜੇ, ਵੀ ਇਹਨਾਂ ਨੂੰ ਆਪਣੇ ਆਪੇ ਦੀ ਸੋਝੀ ਹੋਈ ਨਹੀਂ, ਇਹਨਾਂ ਨੂੰ ਬਿਲਕੁਲ ਵੀ ਗਿਆਨ ਨਹੀਂ ਆਪਦੇ ਘਰ ਦਾ। ਅਗਿਆਨਤਾ ਦੇ ਵਿੱਚ, ਆਸ਼ਾ ਅਭਿਲਾਸ਼ਾ ਤ੍ਰਿਸ਼ਨਾਵਾਂ ਦੇ ਵਿੱਚ, ਵੈਰ ਵਿਰੋਧ ਦੇ ਵਿੱਚ ਆਪਣੇ ਘਰ ਦੀਆਂ ਸਹੂਲਤਾਂ ਉਹਨਾਂ ਦਾ ਆਨੰਦ ਤਾਂ ਕੀ ਮੰਨਣਾ ਸੀ, ਘਰ ਦਾ ਦਰ ਹੀ ਭੁੱਲ ਗਏ, ਘਰ ਦਾ ਦਰਵਾਜ਼ਾ ਹੀ ਭੁੱਲ ਗਏ। ਤੇ ਮਹਾਰਾਜ ਦੱਸਦੇ ਆਸ ਅੰਦੇਸਾ ਬੰਦ ਪਰਾਨਾ ਮਹਿਲ ਨਾ ਜਾਣੇ ਫਿਰਤ ਬਗਾਨਾ। ਵੀ ਇਧਰ ਆਸ਼ਾ ਅਭਿਲਾਸ਼ਾ ਤ੍ਰਿਸ਼ਨਾਵਾਂ ਦੇ ਵਿੱਚ ਬਗਾਨਿਆਂ ਦੀ ਤਰ੍ਹਾਂ ਦਰਦੇ ਅੱਗੋਂ ਦੀ ਟੱਪ ਜਾਂਦਾ, ਘਰ ਦਾ ਵੀ ਨਹੀਂ ਭੇਤ, ਇਸ ਨੂੰ ਸਾਰਾ ਕੁਝ ਹੀ ਭੁੱਲ ਚੁੱਕਾ। ਸੋ ਇਸ ਵਾਸਤੇ ਫਿਰ ਕਹਿੰਦੇ ਵੀ ਸਤ ਸੰਗਤ ਤੋਂ ਬਿਨਾਂ ਜੀਵ ਦਾ ਜਿਹੜਾ ਜੀਵਨ ਉਹ ਵਿਅਰਥ ਜਾ ਰਿਹਾ ਤੇ ਉਹ ਪਸ਼ੂਆਂ ਵਰਗਾ ਹੈ। ਬਈ ਜਦੋਂ ਉਹਨੂੰ ਇਹੋ ਗਿਆਨ ਨਹੀਂ ਅੰਦਰ ਦਾ ਸਾਰਾ ਆਪਣੇ ਆਪੇ ਦਾ ਹੀ ਨਹੀਂ ਪਤਾ, ਉਦੋਂ ਕਹਿੰਦੇ ਬਈ ਇਹ ਪਸ਼ੂਆਂ ਵਾਂਗੂ ਭਾਰ ਢੋਂਦੇ। ਬਈ ਸਤ ਸੰਗਤ ਤੋਂ ਬਿਨਾਂ ਇਹ ਪਸ਼ੂਆਂ ਵਰਗੇ, ਖਾ ਲਿਆ ਪੀ ਲਿਆ ਸੌਂ ਗਏ, ਵੈਰ ਵਿਰੋਧ ਕਰ ਲਿਆ, ਇਹ ਜੋ ਸਾਰਾ ਕੁਝ ਪਸ਼ੂ ਕਰਦੇ ਤੇ ਉਹੀਓ ਮਨਮੁਖ ਕਰਦਾ। ਇਸ ਲਈ ਫਰਮਾਉਂਦੇ ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ਼ ਢੋਰ, ਜੈਨ ਗੀਤੀ ਤਿਸੇ ਨ ਜਾਣੀ ਬਿਨ ਨਾਮੇ ਸਭ ਚੋਰ। ਮਾਰੇ ਕਹਿੰਦੇ ਸਤ ਸੰਗਤ ਤੋਂ ਬਿਨਾਂ ਪਸ਼ੂ ਹੈ ਢੋਰ, ਭਾਰ ਢੋਣ ਵਾਲਾ ਜਿਵੇਂ ਪਸ਼ੂ ਭਾਰ ਢੋਂਦਾ ਇਸੇ ਤਰ੍ਹਾਂ ਹੀ ਭਾਰ ਹੀ ਢੋਂਦਾ ਮਨਮੁਖ, ਸਾਰੀ ਉਮਰ ਭਾਰ ਢੋਂਦਾ ਰਹਿੰਦਾ ਤੇ ਉਹਦਾ ਢੋਇਆ ਹੋਇਆ ਵਿਅਰਥ ਹੀ ਜਾਂਦਾ ਸਾਰਾ, ਤੇ ਫਿਰ ਉਹਨੂੰ ਸਜ਼ਾ ਮਿਲਦੀ। ਸੋ ਇਸ ਵਾਸਤੇ ਫਿਰ ਕਹਿੰਦੇ ਵੀ ਸਤ ਸੰਗਤ 'ਚ ਆ ਕੇ ਅਸੀਂ ਇਹ ਸਾਰਾ ਭੇਤ ਲੈਣਾ ਆਪਣੇ ਅੰਦਰ ਦਾ, ਆਪਣੇ ਘਰ ਦਾ, ਨਿਜ ਮਹਿਲ ਦਾ, ਆਪਣਾ ਜਿਹੜਾ ਪਰਿਵਾਰ ਸੁਖਮ ਅੰਦਰ ਵੱਸਦਾ, ਇਹ ਆਤਮਾ ਸਤਿਪੁਰਖ ਧਰਮ ਰਾਏ ਚਿਤਰਗੁਪਤ ਜਮ, ਇਹ ਤ੍ਰੈ ਗੁਣ, ਇਹ ਮਾਇਆ, ਇਹ ਕਾਮ ਕ੍ਰੋਧ ਲੋਭ ਅਹੰਕਾਰ, ਇਹ ਸਾਰਾ ਇੱਕ ਪਰਿਵਾਰ ਸਾਡੇ ਅੰਦਰ ਵੱਸਦਾ ਤੇ ਪਰਿਵਾਰ ਦੇ ਸਾਡੇ ਦੇ ਮੈਂਬਰ ਨੇ ਤੇ ਸਾਰੇ ਮੈਂਬਰਾਂ ਦੀਆਂ ਡਿਊਟੀਆਂ ਵੱਖੋ ਵੱਖਰੀਆਂ ਲੱਗੀਆਂ ਨੇ। ਬਸ ਜਿਵੇਂ ਆਪਣਾ ਦ੍ਰਿਸ਼ਟ ਮਨ ਦੇ ਵਿੱਚ ਇੱਕ ਪਰਿਵਾਰ ਹੁੰਦਾ, ਪਰਿਵਾਰ ਦੇ ਆਪਾਂ ਮੈਂਬਰ ਹੁੰਨੇ, ਹੁਣ ਉਹ ਪਰਿਵਾਰ ਦੇ ਮੈਂਬਰ ਉਹਨਾਂ ਦਾ ਕੰਮ ਵੱਖੋ ਵੱਖਰਾ, ਡਿਊਟੀਆਂ ਵੱਖੋ ਵੱਖਰੀਆਂ। ਜਿਵੇਂ ਇੱਕ ਪਰਿਵਾਰ ਦਾ ਮੁਖੀ ਹੁੰਦਾ, ਫਿਰ ਉਹ ਮੁਖੀ ਦੇ ਕਹਿਣੇ ਅਨੁਸਾਰ
ਸਾਰੇ ਜਿਵੇਂ ਚੱਲਦੇ ਤੇ ਉਹ ਫਿਰ ਵੱਖੋ ਵੱਖਰੇ ਕੰਮ ਕਰਦੇ, ਉਹਨਾਂ ਨੂੰ ਸੌਂਪੇ ਹੁੰਦੇ ਵੀ ਤੁਸੀਂ ਆਹ ਕੰਮ ਕਰਨਾ, ਦੂਜੇ ਨੂੰ ਤੂੰ ਆਹ ਕਰਨਾ, ਤੀਜੇ ਨੂੰ ਤੂੰ ਆਹ ਕਰਨਾ। ਸੋ ਇਸੇ ਤਰ੍ਹਾਂ ਹੀ ਇਹ ਸਾਡੇ ਅੰਦਰ ਇੱਕ ਪਰਿਵਾਰ ਵਸਦਾ ਤੇ ਇਹ ਪਰਿਵਾਰ ਦੀਆਂ ਡਿਊਟੀਆਂ ਲਾਈਆਂ ਤੇ ਉਹ ਫਿਰ ਸਾਰੀਆਂ ਡਿਊਟੀਆਂ ਜਿਹੜੀਆਂ ਆਪੋ ਆਪਣੀਆਂ ਨਿਭਾਉਂਦੇ। ਸਿਰਫ ਇੱਕ ਮਨ ਹੀ ਹੈ ਜਿਹੜਾ ਆਪਣੀ ਡਿਊਟੀ ਜਿਹੜੀ ਉਹ ਨਿਭਾਉਂਦਾ ਨਹੀਂ ਹੈ, ਇਹ ਹੁਕਮ ਤੋਂ ਵਾਕੀ ਹੋ ਜਾਂਦਾ। ਤਾਂ ਕਰਕੇ ਫਿਰ ਅਸੀਂ ਦੁਖੀ ਹੁੰਦੇ ਹਾਂ, ਤਾਂਹੀਓ ਸ਼ਾਂਤ ਹੁੰਦੇ ਹਾਂ। ਤੇ ਫਿਰ ਇਹ ਮਨ ਨੂੰ ਹੀ ਸਾਰਾ ਗਿਆਨ ਦਿੱਤਾ ਜਾਂਦਾ, ਮਨ ਨੂੰ ਹੀ ਫਿਰ ਸਮਝਾਇਆ ਜਾਂਦਾ। ਹੁਣ ਜਦੋਂ ਆਪਾਂ ਗੁਰਬਾਣੀ ਗੁਰੂ ਨੂੰ ਪੜ੍ਹਦੇ ਹਾਂ, ਗਿਆਨ ਲੈਂਦੇ ਹਾਂ, ਕਾਹਦੇ ਵਾਸਤੇ ਲੈਣਾ? ਮਨ ਨੂੰ ਸਮਝਾਉਣ ਵਾਸਤੇ। ਰਮਾਉਂਦੇ ਮਨ ਸਮਝਾਵਣ ਕਾਰਨੇ ਕਛੁਕ ਬੜੀਏ ਗਿਆਨ, ਮਨ ਨੂੰ ਸਮਝਾਉਣ ਵਾਸਤੇ, ਮਨ ਨੂੰ ਸੋਝੀ ਦੇਣ ਵਾਸਤੇ। ਆਓ ਹੁਣ ਜੋ ਆਪਾਂ ਪਿਛਲੇ ਕੁਝ ਦਿਨਾਂ ਤੋਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਆਪਾਂ ਨੂੰ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਉਪਦੇਸ਼ ਕਰ ਰਹੇ, ਸਤਿਗੁਰਾਂ ਦੀ ਕਿਰਪਾ ਦੁਆਰਾ ਇਹ ਆਪਾਂ ਵਿਚਾਰ ਕਰਦੇ ਹਾਂ। ਕੱਲ੍ਹ ਆਪਾਂ 17ਵੀਂ ਅਸ਼ਟਪਦੀ ਤੇ ਵਿਚਾਰ ਕਰ ਰਹੇ ਸੀ, 2 ਪਦਿਆਂ ਤੱਕ ਆਪਾਂ ਵਿਚਾਰ ਕੀਤੀ ਸੀ। ਇਸ ਤੋਂ ਅੱਗੇ 3ਜੇ ਪਦੇ ਵਿੱਚ ਸਤਿਗੁਰੂ ਜੋ ਆਪਾਂ ਨੂੰ ਫਰਮਾਨ ਕਰਦੇ, ਠਾਕਰ ਕਾ ਸੇਵਕ ਆਗਿਆਕਾਰੀ, ਠਾਕਰ ਕਾ ਸੇਵਕ ਸਦਾ ਪੁਜਾਰੀ। ਠਾਕੁਰ ਕਹਿੰਦੇ ਪਰਮਾਤਮਾ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਨੂੰ, ਤੇ ਜਿਹੜਾ ਮਾਲਕ ਦਾ ਫਿਰ ਸੇਵਕ ਹੈ ਉਹ ਆਗਿਆਕਾਰੀ ਹੈ, ਵੀ ਉਹ ਮਾਲਕ ਦੀ ਆਗਿਆ ਦੇ ਵਿੱਚ ਚੱਲਦਾ ਹੈ, ਹੁਕਮ ਦੇ ਵਿੱਚ ਚੱਲਦਾ ਹੈ, ਹੁਕਮ ਦੇ ਦਾਇਰੇ ਵਿੱਚ ਚੱਲਦਾ ਹੈ। ਤੇ ਉਹ ਪਰਮਾਤਮਾ ਦਾ ਸਦਾ ਸੇਵਕ ਤੇ ਉਹ ਸਦਾ ਹੀ ਪੁਜਾਰੀ, ਉਹ ਪੂਜਾ ਕਰਦਾ ਹੀ ਰਹਿੰਦਾ, ਕਿਉਂਕਿ ਉਹ ਆਗਿਆ ਦੇ ਵਿੱਚ। ਆਗਿਆ ਕੀ ਹੈ? ਨਾਮ। ਤੇ ਨਾਮ ਨੂੰ ਸੁਣਨਾ ਇਹੋ ਫਿਰ ਪੂਜਾ ਹੈ। ਜਦੋਂ ਅਸੀਂ ਨਾਮ ਨੂੰ ਸੁਣਦੇ ਰਹਿੰਦੇ ਹਾਂ ਤੇ ਮਾਲਕ ਦੀ ਪੂਜਾ ਕਰਦੇ ਹਾਂ। ਬਿਨ ਨਾਮੇ ਪੂਜ ਨਾ ਹੋਈ, ਇਹ ਨਾਮ ਤੋਂ ਬਿਨਾਂ ਮਾਲਕ ਦੀ ਪੂਜਾ ਹੁੰਦੀ ਨਹੀਂ। ਸੋ ਇਸ ਵਾਸਤੇ ਫਿਰ ਜਿਹੜਾ ਸੇਵਕ ਉਹ ਆਗਿਆਕਾਰੀ, ਉਹ ਹੁਕਮ ਦੇ ਵਿੱਚ ਚੱਲਦਾ। ਮਾਲਕ ਦੇ ਹੁਕਮ ਕੀ ਹੈ? ਨਾਮ। ਰਮਾਉਂਦੇ ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸਤਿਗੁਰਾਂ ਦੀ ਬਾਣੀ ਆਪਾਂ ਨੂੰ ਸਮਝਾਉਂਦੇ ਕਿ ਸਾਡੇ ਸਾਰਿਆਂ ਦੇ ਮਨ ਵਾਸਤੇ ਜੋ ਆਗੇ ਹੈ, ਜੋ ਹੁਕਮ ਹੈ, ਉਹ ਨਾਮ ਹੈ। ਜਦੋਂ ਅਸੀਂ ਨਾਮ ਨੂੰ ਸੁਣਦੇ ਹਾਂ, ਅਸੀਂ ਮਾਲਕ ਦੀ ਆਗਿਆ ਦੇ ਵਿੱਚ, ਹੁਕਮ ਦੇ ਵਿੱਚ ਚੱਲਦੇ ਹਾਂ। ਤੇ ਜਿਹੜਾ ਫਿਰ ਮਾਲਕ ਦਾ ਸੇਵਕ, ਉਹ ਆਗਿਆਕਾਰੀ ਤੇ ਉਹ ਸਦਾ ਹੀ ਪੁਜਾਰੀ ਹੈ, ਸਦਾ ਪੂਜਾ ਕਰਦਾ, ਉਹ ਸਦਾ ਹੀ ਨਾਮ ਦੇ ਨਾਲ ਜੁੜਿਆ ਰਹਿੰਦਾ ਹੈ। ਫਿਰ ਮਹਾਰਾਜ ਦੱਸਦੇ, ਠਾਕਰ ਕੇ ਸੇਵਕ ਕੇ ਮਨ ਪ੍ਰਤੀਤ, ਠਾਕਰ ਕੇ ਸੇਵਕ ਕੀ ਨਿਰਮਲ ਰੀਚ। ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਵੀ ਜਿਹੜਾ ਮਾਲਕ ਦਾ ਸੇਵਕ ਹੈ, ਉਹਨੂੰ ਮਾਲਕ ਤੇ ਪ੍ਰਤੀਤ ਹੈ, ਉਹਨੂੰ ਭਰੋਸਾ ਹੈ। ਤੇ ਉਸ ਦਾ ਜਿਹੜਾ ਮਨ ਹੈ ਉਹ ਨਿਰਮਲ ਹੈ, ਉਸ ਦੀ ਜਿਹੜੀ ਕਰਨੀ ਉਹ ਕਰਨੀ ਨਿਰਮਲ। ਹੁਣ ਬਾਕੀ ਜੀਵ ਜਿੰਨੇ ਵੀ ਮਾਲਕ ਨੇ ਪੈਦਾ ਕੀਤੇ, ਮਾਨਸ ਜਾਮੇ ਨੂੰ ਛੱਡ ਕੇ 84 ਲੱਖ ਜੂਨ, ਹੋਰ ਸਭ ਨੂੰ ਪਰਮਾਤਮਾ ਤੇ ਪ੍ਰਤੀਤ ਹੈ, ਉਹਨਾਂ ਨੂੰ ਭਰੋਸਾ ਹੈ ਵੀ ਜਿਹਨੇ ਸਾਨੂੰ ਪੈਦਾ ਕੀਤਾ ਉਹਨੇ ਸਾਨੂੰ ਰਿਜ਼ਕ ਵੀ ਦੇਣਾ, ਉਹਨੇ ਸਾਡੀ ਪਾਲਣਾ ਪੋਸ਼ਣਾ ਵੀ ਕਰਨੀ। ਇਸ ਕਰਕੇ ਫਿਰ ਉਹ ਬਹੁਤਾ ਇਕੱਠਾ ਨਹੀਂ ਕਰਦੀ। ਪੰਛੀ ਦੇਖ ਲਓ,
ਹੋਰ ਜੀਵ ਦੇਖ ਲਓ, ਇਕੱਠਾ ਨਹੀਂ ਕਰਦੇ। ਉਹਨਾਂ ਨੂੰ ਪਤਾ ਹੈ ਬਈ ਸਾਨੂੰ ਜਿਹਨੇ ਪੈਦਾ ਕੀਤਾ ਉਹਨੇ ਸਾਡਾ ਰਿਜ਼ਕ ਵੀ ਦੇਣਾ ਹੀ। ਮਾਲਕ ਨੇ ਉਹਨਾਂ ਨੂੰ ਪ੍ਰਤੀਤ ਹੈ, ਭਰੋਸਾ ਹੈ। ਤੇ ਸਿਰਫ ਇੱਕ ਇਨਸਾਨ ਹੀ ਐਸਾ ਹੈ ਬਈ ਜਿਹਨੂੰ ਸਭ ਤੋਂ ਵੱਧ ਗਿਆਨ ਨੇ, ਪਰ ਫਿਰ ਵੀ ਇਹਨੂੰ ਮਾਲਕ ਤੇ ਭਰੋਸਾ ਨਹੀਂ, ਇਹਨੂੰ ਪ੍ਰਤੀਤ ਨਹੀਂ ਹੈ। ਜਿਉਂ ਸੁਰਤ ਸੰਭਾਲਦਾ, ਇਕੱਠਾ ਕਰਨਾ ਸ਼ੁਰੂ ਕਰਦਾ ਹੈ, ਪਹਿਲਾਂ ਆਪਦੇ ਵਾਸਤੇ, ਫਿਰ ਆਪਦੇ ਬੱਚਿਆਂ ਵਾਸਤੇ, ਫਿਰ ਉਹਨਾਂ ਦੇ ਬੱਚਿਆਂ ਵਾਸਤੇ, ਸਾਰੀ ਉਮਰ ਪਸ਼ੂਆਂ ਵਾਂਗੂ, ਪਸ਼ੂਆਂ ਤੋਂ ਵੀ ਭੈੜਾ ਮਹਾਰਾਜ ਕਹਿੰਦੇ ਵੀ ਉਹ ਤਾਂ ਇਕੱਠਾ ਕਰਦੇ ਹੀ ਨਹੀਂ, ਉਦੋਂ ਵੀ ਭੈੜਾ ਹੋ ਗਿਆ, ਇਕੱਠਾ ਕਰਨ ਤੇ ਲੱਗੀ। ਤੇ ਜਿਹੜਾ ਮਾਲਕ ਦਾ ਸੇਵਕ ਗੁਰਮੁਖ, ਉਹਨੂੰ ਮਾਲਕ ਤੇ ਪ੍ਰਤੀਤ ਹੈ, ਉਹਨੂੰ ਭਰੋਸਾ ਹੈ। ਇਸ ਕਰਕੇ ਫਿਰ ਉਹ ਇਸ ਪਾਸੇ ਨਹੀਂ ਚੱਲਦਾ ਬਈ ਉਹਨੂੰ ਪਤਾ ਵੀ ਜਿਹਨੇ ਮੈਨੂੰ ਪੈਦਾ ਕੀਤਾ ਹੈ ਉਹਨੇ ਮੇਰਾ ਰਿਜ਼ਕ ਵੀ ਦੇਣਾ ਹੈ, ਮੇਰੀ ਪਾਲਣਾ ਪੋਸ਼ਣ ਉਹਨੇ ਕਰਨੀ। ਤੇ ਮਨਮੁਖ ਨੂੰ ਪ੍ਰਤੀਤ ਨਹੀਂ, ਮਨਮੁਖ ਨੂੰ ਭਰੋਸਾ ਨਹੀਂ। ਜਿਵੇਂ ਆਮ ਹੀ ਜੀਵ ਕਹਿ ਦਿੰਦੇ ਰੱਬ ਕਿਹੜਾ ਮੂੰਹ 'ਚ ਪਾ ਦੂ, ਵਿਹਲੇ ਬੈਠਿਆਂ ਦੇ ਕਰਨਾ ਹੀ ਪੈਣਾ। ਪਰ ਸਾਨੂੰ ਪਤਾ ਨਹੀਂ ਉਹ ਸਾਡੇ ਮੂੰਹ 'ਚ ਵੀ ਪਾਉਂਦਾ, ਜਦੋਂ ਅਸੀਂ ਨਹੀਂ ਕਰਦੇ ਉਹ ਤਾਂ ਵੀ ਪਾਉਂਦਾ। ਇੰਨਾ ਦਿਆਲੂ, ਇੰਨਾ ਕਿਰਪਾਲੂ, ਪਰ ਸਾਨੂੰ ਇੰਨੀ ਸਮਝ ਨਹੀਂ ਵੀ ਉਹ ਸਾਡੇ ਪਾਉਂਦਾ ਮੁੱਖ 'ਚ। ਜਦੋਂ ਆਪਾਂ ਬੱਚੇ ਸੀ, ਜਦੋਂ ਆਪਾਂ ਕੰਮ ਕਰ ਨਹੀਂ ਸੀ ਕਰਦੇ, ਉਦੋਂ ਕੌਣ ਸਾਡੇ ਮੁੱਖ 'ਚ ਪਾਉਂਦਾ ਸੀ? ਉਹੀਓ ਤਾਂ ਪ੍ਰੇਰਨਾ ਦੇ ਕੇ ਉਹੀਓ ਤਾਂ ਪਾਉਂਦਾ ਹੈ, ਕਿਉਂਕਿ ਸਭ ਦੇ ਅੰਦਰ ਉਹੀਓ ਬੈਠਾ ਹੈ। ਤੇ ਜਦੋਂ ਜੀ ਬਜ਼ੁਰਗ ਹੋ ਜਾਂਦਾ, ਨਕਾਰਾ ਹੋ ਜਾਂਦਾ, ਹੱਥ ਪੈਰ ਕੰਮ ਨਹੀਂ ਕਰਦੇ, ਫਿਰ ਵੀ ਤਾਂ ਉਹਦੇ ਮੂੰਹ 'ਚ ਪਾਉਂਦਾ ਹੀ ਆ, ਪਰ ਸਾਨੂੰ ਪ੍ਰਤੀਤ ਨਹੀਂ ਹੁੰਦੀ ਵੀ ਕੌਣ ਪਾਉਂਦਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਮਾਲਕ ਤੇ ਪ੍ਰਤੀਤ ਹੈ, ਉਹਨਾਂ ਨੂੰ ਭਰੋਸਾ ਹੈ ਵੀ ਸਾਨੂੰ ਕੋਈ ਹੋਰ ਨਹੀਂ, ਵੀ ਮਾਲਕ ਨੇ ਪਾਲਣਾ, ਇਹ ਨਹੀਂ ਸਾਡੀ ਪੋਸ਼ਣ ਕਰਨੀ। ਜਿਹਨੇ ਸਾਨੂੰ ਪੈਦਾ ਕੀਤਾ ਉਹਨੂੰ ਹੀ ਸਾਡਾ ਫਿਕਰ ਹੈ, ਇਸ ਕਰਕੇ ਉਹ ਚਿੰਤਾ ਨਹੀਂ ਕਰਦੀ। ਚਿੰਤਾ ਕਰਨ ਦਾ ਭਾਵ ਵੀ ਸਾਨੂੰ ਮਾਲਕ ਤੇ ਭਰੋਸਾ ਨਹੀਂ, ਪ੍ਰਤੀਤ ਨਹੀਂ ਸਾਨੂੰ, ਤਾਂ ਸਾਨੂੰ ਚਿੰਤਾ ਲੱਗਦੀ। ਤਾਂਹੀਓ ਅਸੀਂ ਫਿਕਰ ਕਰਦੇ ਹਾਂ, ਤਾਂਹੀਓ ਅਸੀਂ ਦੁੱਧ 'ਚ ਜਾਂਦੇ। ਜੇ ਸਾਨੂੰ ਮਾਲਕ ਤੇ ਪ੍ਰਤੀਤ ਆ ਜੇ, ਭਰੋਸਾ ਆ ਜੇ, ਤੇ ਫਿਰ ਤਾਂ ਅਸੀਂ ਚਿੰਤਾ ਫਿਕਰ ਕਰੀਏ ਹੀ ਨਹੀਂ। ਤਾਂਹੀਓ ਫਿਰ ਸਾਨੂੰ ਸਮਝਾਉਂਦੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੀਓ ਪਾਏ ਕਿ ਤਿੰਨਾ ਵੀ ਰੋਜੀ ਦੇ, ਉਥੇ ਹਟ ਨਾ ਚੱਲੇ ਨਾ ਕੋ ਕਿਰਸ ਕਰੇ। ਬਈ ਮਹਾਰਾਜ ਨੇ ਉਦਾਹਰਨ ਦਿੱਤੀ ਵੀ ਜਲ ਦੇ ਵਿੱਚ ਜੀਵ ਪੈਦਾ ਕੀਤੇ ਮਾਲਕ ਨੇ, ਉਥੇ ਕਿਹੜਾ ਕੋਈ ਹੱਟ ਦੁਕਾਨਾਂ ਲੱਗੀਆਂ, ਉਥੇ ਕਿਹੜਾ ਕੋਈ ਬਾਜ਼ਾਰ ਲੱਗੇ ਵੀ ਉਹ ਕਿਹੜੇ ਕੋਈ ਕਿਰਤ ਕਰਦੇ ਹੋ, ਉਹਨਾਂ ਨੂੰ ਵੀ ਉਹ ਰਿਜ਼ਕ ਦਿੰਦਾ ਉੱਥੇ। ਪਰ ਉਹਨਾਂ ਨੂੰ ਪ੍ਰਤੀਤ ਹੈ, ਸਾਨੂੰ ਪ੍ਰਤੀਤ ਨਹੀਂ, ਸਾਨੂੰ ਭਰੋਸਾ ਨਹੀਂ ਹੈ। ਸੋ ਇਸ ਵਾਸਤੇ ਫਿਰ ਮਹਾਰਾਜ ਜੀ ਕਹਿੰਦੇ ਵੀ ਜਿਹੜਾ ਠਾਕਰ ਦਾ ਸੇਵਕ ਹੈ, ਜਿਹੜਾ ਗੁਰਮੁਖ ਹੈ, ਉਹਨੂੰ ਮਾਲਕ ਤੇ ਪ੍ਰਤੀਤ, ਠਾਕਰ ਕੇ ਸੇਵਕ ਕੇ ਮਨ ਪ੍ਰਤੀਤ, ਵੀ ਉਹਨਾਂ ਦੇ ਮਨ 'ਚ ਪ੍ਰਤੀਤ, ਉਹਨਾਂ ਨੂੰ ਭਰੋਸਾ ਹੈ ਵੀ ਉਹਨਾਂ ਨੂੰ ਰਤੀ ਭਰ ਵੀ ਕੋਈ ਸ਼ੰਕਾ ਨਹੀਂ। ਇਸ ਕਰਕੇ ਫਿਰ ਉਹਨਾਂ ਨੂੰ ਪ੍ਰਤੀਤ ਕਰਕੇ, ਭਰੋਸਾ ਕਰਕੇ ਉਹਨਾਂ ਦਾ ਮਨ ਹੈ ਜਿਹੜਾ ਉਹ ਨਿਰਮਲ ਹੋ ਜਾਂਦਾ, ਉਹਨਾਂ ਦੀ ਕਰਨੀ ਨਿਰਮਲ ਹੈ, ਉਹਨਾਂ ਦਾ ਸੁਭਾਅ ਜਿਹੜਾ ਨਿਰਮਲ, ਮੈਲ ਨਹੀਂ ਹੈ। ਠਾਕਰ ਕੇ ਸੇਵਕ ਕੀ ਨਿਰਮਲ ਰੀਸ, ਬਈ ਉਹਨਾਂ ਦੀ ਜਿਹੜੀ ਕਰਨੀ, ਉਹਨਾਂ ਦਾ ਜਿਹੜਾ ਮਨ ਉਹ ਨਿਰਮਲ, ਤੇ ਨਿਰਮਲ ਮਨ ਦੀ ਨਿਸ਼ਾਨੀ ਕੀ? ਉਹ ਵੈਰ ਵਿਰੋਧ ਨਹੀਂ ਕਰੇਗਾ, ਉਹ ਕਿਸੇ ਨਾਲ ਈਰਖਾ ਨਫ਼ਰਤ ਨਹੀਂ ਕਰੇਗਾ, ਉਹ ਹਉਮੈ ਹੰਕਾਰ 'ਚ ਨਹੀਂ ਜਾਏਗਾ। ਨਿਰਮਲ ਮਨ ਹੈ ਜਿਹੜਾ ਉਹ ਸਦਾ ਝੁਕਦਾ ਹੀ ਰਹਿੰਦਾ, ਸੀਸ ਝੁਕਾਉਂਦਾ, ਨਿਮ ਕੇ ਰਹਿੰਦਾ, ਤੇ ਉਹ ਸਾਰਿਆਂ ਦੇ ਵਿੱਚ ਮਾਲਕ ਨੂੰ ਦੇਖਦਾ, ਪਰਮਾਤਮਾ ਨੂੰ। ਇਹ ਨਿਰਮਲ ਮਨ ਦੀ ਨਿਸ਼ਾਨੀ ਹੈ। ਜਿਵੇਂ ਆਪਾਂ ਇਤਿਹਾਸ ਦੇ ਵਿੱਚ ਦੇਖਦੇ ਵੀ ਐਸੇ ਗੁਰਸਿੱਖ ਹੋਏ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਭਾਈ ਕਨ੍ਹਈਆ ਜੀ,
ਹੁਣ ਉਹਨਾਂ ਦਾ ਮਨ ਇੰਨਾ ਨਿਰਮਲ ਹੈ ਵੀ ਉਹਨਾਂ ਨੂੰ ਕੋਈ ਦੂਜਾ ਹੋਰ ਕੋਈ ਦਿਸਦਾ ਹੀ ਨਹੀਂ ਬੇਗਾਨਾ, ਉਹ ਸਭ ਨੂੰ ਹੀ ਜਲ ਛਕਾਈ ਜਾਂਦੇ। ਤੇ ਵਿੱਚੋਂ ਹੀ ਗੁਰਮੁਖਾਂ ਨੇ ਸ਼ਿਕਾਇਤ ਕਰਤੀ ਬਈ ਅਸੀਂ ਯੁੱਧ ਕਰਦੇ ਹਾਂ ਤੇ ਭਾਈ ਕਨ੍ਹਈਆ ਜੀ ਦੁਸ਼ਮਣਾਂ ਨੂੰ ਵੀ ਪਾਣੀ ਛਕਾਈ ਜਾਂਦੇ ਤੇ ਉਹ ਪਾਣੀ ਪੀ ਕੇ ਫੇਰ ਲੜਨ ਲੱਗ ਜਾਂਦੇ, ਯੁੱਧ ਕਰਨ ਲੱਗ ਜਾਂਦੇ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਬੁਲਾਇਆ ਉਹਨਾਂ ਨੂੰ ਤੇ ਪੁੱਛਣ ਲੱਗੇ ਵੀ ਹਾਂਜੀ ਦੱਸੋ ਭਾਈ ਕਨ੍ਹਈਆ ਜੀ ਵੀ ਤੁਸੀਂ ਦੁਸ਼ਮਣਾਂ ਨੂੰ ਵੀ ਕਹਿੰਦੇ ਪਾਣੀ ਛਕਾਈ ਜਾਂਦੇ। ਤੇ ਉਹਨਾਂ ਨੇ ਬੇਨਤੀ ਕੀਤੀ ਵੀ ਮੈਨੂੰ ਤਾਂ ਕੋਈ ਹੋਰ ਦਿਸਦਾ ਹੀ ਨਹੀਂ, ਮੈਨੂੰ ਤਾਂ ਸਾਰਿਆਂ 'ਚ ਮਾਲਕ ਦੀ ਜੋਤ ਹੀ ਨਜ਼ਰ ਆਉਂਦੀ, ਸਾਰੇ ਇੱਕ ਰੂਪ ਹੀ ਨਜ਼ਰ ਆਉਂਦੀ। ਤੇ ਮਹਾਰਾਜ ਇੰਨੇ ਖੁਸ਼ ਹੋਏ ਤੇ ਉਹਨਾਂ ਨੇ ਫਿਰ ਉਹਨਾਂ ਨੂੰ ਮਾਲਮ ਵੀ ਦਿੱਤੀ, ਪੱਟੀ ਵੀ ਦਿੱਤੀ ਵੀ ਭਾਈ ਕਨ੍ਹਈਆ ਤੂੰ ਆ ਵੀ ਉਹਨਾਂ ਦੇ ਕਰ ਦਿਆ ਕਰ। ਇਹਨੂੰ ਕਹਿੰਦੇ ਨਿਰਮਲ ਰੀਤ, ਵੀ ਗੁਰਮੁਖਾਂ ਦਾ ਮਨ ਇੰਨਾ ਨਿਰਮਲ ਵੀ ਉਹਨਾਂ ਦਾ ਕੋਈ ਵੈਰੀ ਨਹੀਂ ਹੈ, ਉਹਨਾਂ ਦਾ ਕਿਸੇ ਨਾਲ ਕੋਈ ਵਿਰੋਧ ਨਹੀਂ ਹੈ। ਉਦੋਂ ਤਾਂ ਕਹਿੰਦੇ ਵੀ ਉਹਨਾਂ ਦੀ ਨਿਰਮਲ ਰੀਤ, ਵੀ ਉਹਨਾਂ ਦਾ ਮਨ ਨਿਰਮਲ ਹੈ। ਵੀ ਜਦੋਂ ਮਨ ਨਿਰਮਲ ਹੈ ਤੇ ਉਹਦੀ ਇਹ ਫਿਰ ਨਿਸ਼ਾਨੀ ਹੈ, ਉਹ ਸਾਰਿਆਂ ਦੇ ਨਾਲ ਪ੍ਰੇਮ ਕਰਦਾ ਤੇ ਉਹ ਸਾਰਿਆਂ ਦੇ ਵਿੱਚ ਮਾਲਕ ਨੂੰ ਦੇਖਦਾ, ਇਸ ਕਰਕੇ ਉਹਦਾ ਸੀਸ ਝੁਕਦਾ। ਸੀਸ ਉਹ ਝੁਕਾਉਂਦਾ ਕਿ ਇਹਨੂੰ ਜਿਹੜਾ ਅੰਦਰ ਬੈਠਾ ਉਹਨੂੰ ਝੁਕਾਉਂਦਾ ਹੈ, ਮਾਲਕ ਨੂੰ, ਉਹਨੂੰ ਦੇਖ ਕੇ ਉਹਨੂੰ ਹੱਥ ਜੋੜ ਕੇ ਉਹਨੂੰ ਫਤਿਹ ਬੁਲਾਉਂਦਾ, ਉਹਨੂੰ ਨਮਸਕਾਰ ਕਰਦਾ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਠਾਕਰ ਦਾ ਜਿਹੜਾ ਸੇਵਕ ਉਹਦੀ ਫਿਰ ਨਿਸ਼ਾਨੀ ਗੁਰਮੁਖ ਸੀ। ਫਿਰ ਮਹਾਰਾਜ ਅੱਗੇ ਦੱਸਦੇ ਠਾਕਰ ਕੋ ਸੇਵਕ ਜਾਣੇ ਸੰਗ, ਪ੍ਰਭ ਕਾ ਸੇਵਕ ਨਾਮ ਕੇ ਰੰਗ। ਵੀ ਜਿਹੜਾ ਠਾਕਰ ਦਾ ਸੇਵਕ ਮਾਲਕ ਦਾ ਉਹ ਪਰਮਾਤਮਾ ਨੂੰ ਸਦਾ ਸੰਗ ਜਾਣਦਾ ਹੈ, ਅੰਗ ਸੰਗ, ਕਿਉਂਕਿ ਉਹ ਪ੍ਰਤੱਖ ਦੇਖਦਾ ਹੈ ਉਹਨੂੰ। ਜਦੋਂ ਨੇਤਰ ਬੰਦ ਕਰਦਾ ਉਹਨੂੰ ਅੰਦਰ ਵੀ ਮਾਲਕ ਪ੍ਰਕਾਸ਼ ਨਜ਼ਰ ਆਉਂਦਾ, ਤੇ ਜਦੋਂ ਨੇਤਰ ਖੋਲ੍ਹਦਾ ਤੇ ਉਹਨੂੰ ਚਾਰ ਚੁਫੇਰੇ ਮਾਲਕ ਹੀ ਦਿਸਦਾ। ਇਸ ਲਈ ਫਿਰ ਆਪਾਂ ਨੂੰ ਕਹਿੰਦੇ ਵੀ ਮਾਲਕ ਕੋਈ ਸਾਜ਼ੋ ਦੂਰ ਨਹੀਂ ਹੈ, ਉਹ ਸਦਾ ਸਾਡੇ ਅੰਗ ਸੰਗ, ਸਦਾ ਅੰਗ ਸੰਗੇ ਅਭੰਗੰ ਬੈਭੂਤੇ। ਅੰਗ ਹੁੰਦੇ ਵੀ ਇਹ ਸਰੀਰ ਦੇ, ਆਪਾਂ ਕਹਿ ਦਿੰਦੇ ਹਾਂ ਵੀ ਅੰਗ, ਅੰਗਾਂ ਦੇ ਸੰਗ ਨਾਲ। ਬਈ ਜਿਵੇਂ ਆਪਾਂ ਨੂੰ ਉਦਾਹਰਨ ਦਿੱਤੀ ਬਾਬਾ ਰਵਿਦਾਸ ਜੀ, ਕਹਿੰਦੇ ਵੀ ਜਿਹੜਾ ਇਹ ਹੱਥ ਨੇ ਸਾਡੇ, ਇਹ ਹੱਥ ਵੀ ਦੂਰ ਨੇ, ਮਾਲਕ ਸਾਡੇ ਹੱਥਾਂ ਤੋਂ ਵੀ ਨੇੜੇ ਵੱਸਦਾ। ਕਹੇ ਰਵਿਦਾਸ ਹਾਥ ਪੈ ਨੇੜੇ, ਸਹਿਜੇ ਹੋਏ ਸੋ ਹੋਏ। ਵੀ ਮਾਲਕ ਸਾਡੇ ਹੱਥਾਂ ਤੋਂ ਵੀ ਨੇੜੇ ਹੈ। ਜਿਨ੍ਹਾਂ ਨੇ ਦੇਖਿਆ ਉਹਨਾਂ ਨੇ ਫਿਰ ਮਾਲਕ ਨੂੰ ਅੰਗ ਸੰਗ ਜਾਣਿਆ, ਨਾਲ ਪ੍ਰਤੱਖ ਦੇਖਿਆ। ਜਿਸ ਨੂੰ ਮਹਾਰਾਜ ਗੁਰਬਾਣੀ 'ਚ ਫਿਰ ਦੱਸਦੇ ਅਦੈਰ ਇਸ਼ਟ ਅਗੋਚਰ ਪਾਰ ਬ੍ਰਹਮ, ਸੋ ਦੇਖਿਆ ਗੁਰਮੁਖ ਅੱਖੀ। ਵੀ ਗੁਰਮੁਖਾਂ ਨੇ ਉਹਨੂੰ ਅੱਖਾਂ ਦੁਆਰਾ ਦੇਖ ਲਈ ਸਾਹਮਣੇ, ਵੀ ਮਾਲਕ ਐਸੀ ਕੋਈ ਛਾਣੀ ਜਿਹ 'ਚ ਨਹੀਂ ਹੈ। ਤੇ ਫਿਰ ਜਿਹੜਾ ਮਾਲਕ ਦਾ ਸੇਵਕ, ਉਹਦੇ ਉੱਤੇ ਫਿਰ ਨਾਮ ਦਾ ਜਿਹੜਾ ਰੰਗ ਹੈ ਉਹ ਰੰਗ ਚੜ੍ਹ ਜਾਂਦਾ। ਜਦੋਂ ਨਾਮ ਦਾ ਰੰਗ ਚੜ੍ਹਦਾ ਤੇ ਫਿਰ ਅਸੀਂ ਉਹਦੇ ਗੁਣ ਗਾਉਂਦੇ ਮਾਲਕ ਦੇ ਨਾਮ ਦੇ। ਜਿਵੇਂ ਸੰਸਾਰ 'ਚ ਆਪਾਂ ਦੇਖਦੇ ਮਨਮੁਖ ਜੀਵ ਤੇ ਜਦੋਂ ਮਾਇਆ ਦਾ ਰੰਗ ਚੜ੍ਹਦਾ, ਜਿਹਦਾ ਰੰਗ ਚੜ੍ਹਿਆ ਹੁੰਦਾ ਉਹਦੇ ਗੁਣ ਗਾਉਣ ਹੀ ਲੱਗ ਜਾਂਦਾ, ਉਹਦੀ ਉਸਤਤ, ਉਹਦੀ ਵਡਿਆਈ ਕਰਨ ਲੱਗ ਜਾਂਦਾ। ਤੇ ਜਿਹੜੇ ਮਾਲਕ ਦੇ ਸੇਵਕ, ਉਹਨਾਂ ਦੇ ਉੱਤੇ ਫਿਰ ਸੱਚ ਦਾ ਤੇ ਨਾਮ ਦਾ ਰੰਗ ਚੜ੍ਹ ਜਾਂਦਾ। ਇਸ ਕਰਕੇ ਉਹ ਫਿਰ ਜਦੋਂ ਵਡਿਆਈ ਕਰਦੇ ਸੱਚ ਪਰਮਾਤਮਾ ਦੀ ਤੇ ਨਾਮ ਦੀ, ਫਿਰ ਉਹ ਨਾਮ ਦੇ ਸੱਚ ਦੀ ਮਹਿਮਾ ਕਰਦੇ, ਮਾਲਕ ਦੀ ਉਸਤਤ ਕਰਦੇ, ਆਪ ਵੀ ਕਰਦੇ ਤੇ ਆਪਾਂ ਨੂੰ ਵੀ ਕਹਿੰਦੇ ਵੀ ਤੁਸੀਂ ਵੀ ਕਰੋ। ਆਪ ਵੀ ਸਿਮਰਨ ਕਰਦੇ ਤੇ ਆਪਾਂ ਨੂੰ ਵੀ ਪ੍ਰੇਰਦੇ ਵੀ ਤੁਸੀਂ ਵੀ ਕਰੋ, ਤੁਸੀਂ ਵੀ ਗੁਣ ਗਾਵੋ। ਜਦੋਂ ਤੁਸੀਂ ਮਾਲਕ ਦੇ ਗੁਣ ਗਾਵੋਗੇ ਤੁਹਾਡੇ ਮਨ ਤੋਂ ਮੈਲ ਉਤਰ ਜੇਗੀ, ਤੁਹਾਡੀ ਕਰਨੀ ਨਿਰਮਲ ਹੋ ਜਾਏਗੀ, ਤੁਹਾਡਾ ਮਨ ਵੀ ਨਿਰਮਲ ਹੋ ਜਾਏਗਾ, ਤੁਹਾਨੂੰ ਸੁੱਖ ਮਿਲੇਗਾ, ਸ਼ਾਂਤੀ ਆਏਗੀ, ਤੁਸੀਂ ਸੁਖੀ ਹੋ ਜਾਓਗੇ ਜੀਵਨ ਦੇ ਵਿੱਚ।
ਇਸ ਵਾਸਤੇ ਫਿਰ ਉਹ ਆਪਾਂ ਨੂੰ ਨਾਮ ਦੇ ਗੁਣ ਦੱਸਦੇ, ਨਾਮ ਦੀ ਵਡਿਆਈ ਕਰਦੇ ਵੀ ਜਦੋਂ ਅਸੀਂ ਨਾਮ ਦੇ ਨਾਲ ਅੰਦਰੋਂ ਜੁੜ ਜਾਾਂਗੇ ਸਾਡੇ ਜਿਹੜੇ ਦੁੱਖਾਂ ਪਾਪਾਂ ਦਾ ਨਾਸ ਹੋ ਜਾਏਗਾ, ਸਾਡਾ ਮਨ ਸਦਾ ਵਾਸਤੇ ਸੁਖੀ ਹੋ ਜਾਏਗਾ। ਤਾਂਿਓ ਨਾਮ ਦੀ ਮਹਿਮਾ ਕਰਦੇ ਮਾਰੇ ਫਰਮਾਉਂਦੇ ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਵੀ ਮਾਲਕ ਦਾ ਜੋ ਨਾਮ ਹੈ ਉਹ ਸਾਡੇ ਦੁੱਖਾਂ ਨੂੰ ਨਾਸ ਕਰਨ ਵਾਲਾ ਹੈ। ਇਸ ਲਈ ਫਰਮਾਉਂਦੇ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰ। ਵੀ ਮਾਲਕ ਦਾ ਜੋ ਨਾਮ ਉਹ ਦੁੱਖਾਂ ਨੂੰ ਮਿਟਣ ਵਾਲਾ, ਦੁੱਖਾਂ ਨੂੰ ਖਤਮ ਕਰਨ ਵਾਲਾ ਹੈ। ਸੋ ਫਿਰ ਜੋ ਮਾਲਕ ਦੇ ਸੇਵਕ ਉਹ ਫਿਰ ਨਾਮ ਦੀ ਮਹਿਮਾ, ਨਾਮ ਦੀ ਉਸਤਤ ਕਰਦੇ, ਮਾਲਕ ਦੀ ਵਡਿਆਈ ਕਰਦੇ, ਉਹਦੇ ਗੁਣ ਸਾਨੂੰ ਦੱਸਦੇ। ਸਤ ਸੰਗਤ ਆਪਾਂ ਕਰਦੇ ਹਾਂ, ਸਾਨੂੰ ਇਹਦੇ ਗੁਣ ਦੱਸਦੇ। ਜਦੋਂ ਅਸੀਂ ਸਿਮਰਨ ਕਰਦੇ ਹਾਂ ਸਾਨੂੰ ਸਿਮਰਨ ਦੇ ਲਾਭ ਦੱਸਦੇ, ਸਿਮਰਨ ਦੇ ਗੁਣ ਦੱਸਦੇ ਕਿ ਜਿਉਂ-ਜਿਉਂ ਅਸੀਂ ਸਿਮਰਨ ਕਰਾਂਗੇ ਸਾਨੂੰ ਕੀ ਕੀ ਲਾਹਾ ਹੋਏਗਾ ਉਹ ਸਿਮਰਨ ਦਾ, ਕੀ ਕੀ ਸਾਨੂੰ ਲਾਭ ਪ੍ਰਾਪਤ ਹੋਣਾ। ਉਹ ਫਿਰ ਸਾਰਾ ਸਾਨੂੰ ਮਾਲਕ ਦੇ ਜਿਹੜੇ ਸੇਵਕ ਉਹ ਫਿਰ ਇਹ ਸਾਨੂੰ ਦੱਸੀ ਜਾਂਦੇ, ਭੇਜ ਦਿੱਤੀ ਜਾਂਦੀ। ਫਿਰ ਮਹਾਰਾਜ ਅੱਗੇ ਫਰਮਾਉਂਦੇ ਸੇਵਕ ਕੋ ਪ੍ਰਭ ਪਾਲਨ ਹਾਰ, ਸੇਵਕ ਹੀ ਰਾਖੇ ਨਿਰੰਕਾਰ। ਆਪਣੇ ਸੇਵਕ ਨੂੰ ਮਾਲਕ ਪਾਲਣ ਹਾਰਾ, ਵੀ ਉਹਦੀ ਪਾਲਣਾ ਪੋਸ਼ਣਾ ਕਰਦਾ, ਉਹਦੇ ਅੰਗ ਸੰਗ ਰਹਿੰਦਾ ਸਦਾ। ਜਦੋਂ ਅਸੀਂ ਮਾਲਕ ਦੇ ਸਨਮੁਖ ਹੋ ਜਾਂਦੇ ਹਾਂ ਫਿਰ ਉਹ ਸਾਡੇ ਇਰਦ ਗਿਰਦ ਰੱਖਿਆ ਚੱਕਰ ਬਣਾ ਲੈਂਦਾ। ਚਾਹੇ ਅਸੀਂ ਬੈਠੇ ਹਾਂ, ਚਾਹੇ ਅਸੀਂ ਚੱਲਦੇ ਹਾਂ, ਚਾਹੇ ਅਸੀਂ ਜਾਗਦੇ ਹਾਂ, ਚਾਹੇ ਅਸੀਂ ਸੁੱਤੇ ਪਏ ਹਾਂ, ਫਿਰ ਮਾਲਕ ਹਰ ਸਮੇਂ ਪਹਿਰੇ ਤੇ ਰਹਿੰਦਾ। ਇਸ ਲਈ ਮਹਾਰਾਜ ਕਹਿੰਦੇ ਸੋਭਤ ਜਾਗਤ ਹਰ ਸੰਗ ਪਹਿਰੂਗਾ। ਵੀ ਹਰੀ ਪਹਿਰੇ ਤੇ ਵੀ ਉਹਨੇ ਰੱਖਿਆ ਚੱਕਰ ਬਣਾ ਲਿਆ ਸਾਡੇ ਇਰਦ ਗਿਰਦ, ਤੇ ਆਪਦੇ ਸੇਵਕ ਦੀ ਫਿਰ ਉਹ ਪਾਲਣਾ ਕਰਦਾ। ਫਿਰ ਉਸ ਦੀ ਇੱਜ਼ਤ ਰੱਖਦਾ, ਉਹਦੀ ਪੱਤ ਰੱਖਦਾ। ਸੇਵਕ ਹੀ ਰਾਖੇ ਨਿਰੰਕਾਰ, ਵੀ ਉਹਦੀ ਉਹਨੇ ਇੱਜ਼ਤ ਰੱਖਣੀ, ਉਹਦੀ ਪੱਤ ਰੱਖਣੀ। ਜਿਹੜਾ ਮਾਲਕ ਦਾ ਸੇਵਕ ਹੈ ਉਹਨੂੰ ਉਹ ਬੇਇੱਜ਼ਤ ਨਹੀਂ ਹੋਣ ਦਿੰਦਾ। ਬੇਇੱਜ਼ਤ ਕਦੋਂ ਅਸੀਂ ਹੁੰਦੇ ਹਾਂ? ਜਦੋਂ ਅਸੀਂ ਇੱਥੋਂ ਜਾਂਦੇ ਸੰਸਾਰ ਚੋਂ। ਸੰਸਾਰ 'ਚ ਜਦੋਂ ਜੀਵ ਜਾਂਦਾ, ਜੇ ਉਹ ਨਾਮ ਦੇ ਨਾਲ ਨਹੀਂ ਜੁੜਿਆ, ਉਹ ਮਾਲਕ ਦਾ ਸੇਵਕ ਨਹੀਂ, ਤੇ ਉਹਨੂੰ ਬੇਇੱਜ਼ਤ ਕਰਕੇ ਲੈ ਕੇ ਜਾਂਦਾ। ਜੰਮਦੇ ਜਿਹੜੇ ਬੇਇੱਜ਼ਤ ਕਿਵੇਂ ਹੁੰਦਾ? ਉਹਨੂੰ ਨੰਗਾ ਕਰ ਲੈਂਦੇ। ਜਿਵੇਂ ਸੰਸਾਰ 'ਚ ਆਪਾਂ ਕਹਿੰਦੇ ਹਾਂ ਵੀ ਇਹਦੀ ਕੋਈ ਇੱਜ਼ਤ ਨਹੀਂ। ਇੱਜ਼ਤ ਕਿਵੇਂ? ਕਿਸੇ ਨੂੰ ਨੰਗਾ ਕਰਕੇ ਕੁੱਟਿਆ ਜਾਵੇ ਤੇ ਕਹਿ ਦਿੰਦੇ ਬੜੀ ਬੇਇੱਜ਼ਤੀ ਹੋਈ ਫਲਾਣੇ ਬੰਦੇ ਦੀ। ਇਹ ਸੰਸਾਰ ਦਾ ਤਾਂ ਚਲੋ ਇਹ ਤਾਂ ਮਿਥਿਆ ਹੋਇਆ, ਇਹ ਤਾਂ ਕੂੜ ਹੈ, ਇੱਥੇ ਤਾਂ ਕੋਈ ਫਰਕ ਨਹੀਂ ਪੈਂਦਾ। ਇਹ ਤਾਂ ਸਭ ਇੱਕੋ ਜਿਹਾ ਹੀ ਹੈ ਸੰਸਾਰ ਦੇ ਵਿੱਚ। ਤ੍ਰੈ ਗੁਣਾਂ 'ਚ ਸਭ ਝੂਠ ਹੀ ਝੂਠ ਹੈ ਮਾਇਆ ਦੇ ਵਿੱਚ। ਇੱਥੇ ਦੀ ਤਾਂ ਇੱਜ਼ਤ ਵੀ ਝੂਠੀ, ਇੱਥੇ ਦੀ ਬੇਇੱਜ਼ਤੀ ਵੀ ਝੂਠੀ। ਇਹ ਨਾਲ ਨਹੀਂ ਜਾਂਦੀ, ਨਾ ਇੱਜ਼ਤ ਜਾਵੇ ਨਾ ਬੇਇੱਜ਼ਤੀ ਜਾਵੇ ਨਾਲ। ਸਾਰੀ ਜਿਹੜੀ ਕਹਾਣੀ ਉਹ ਮਨ ਦੀ ਹੈ। ਸਾਡੇ ਮਨ ਨੂੰ ਬੇਇੱਜ਼ਤ ਨਹੀਂ ਹੋਣ ਦਿੰਦੇ। ਬੇਇੱਜ਼ਤ ਕਦੋਂ? ਬਈ ਜਦੋਂ ਇੱਥੋਂ ਜਾਣਾ ਮਨਮੁਖ ਨੂੰ ਬੇਇੱਜ਼ਤ ਕਰਕੇ ਲੈ ਕੇ ਜਾਣਾ। ਸੰਸਾਰ 'ਚ ਬੇਸ਼ੱਕ ਉਹਦੀ ਕਿੰਨੀ ਵੀ ਇੱਜ਼ਤ ਹੋਵੇ, ਕਿੰਨਾ ਵੀ ਉਹਦਾ ਮਾਣ ਸਤਿਕਾਰ ਹੋਵੇ, ਕਿੰਨਾ ਵੀ ਸੰਸਾਰੀ ਜੀਵ ਉਹਦੇ ਗੁਣ ਗਾਉਣ, ਪਰ ਜੇ ਉਹ ਮਾਲਕ ਦਾ ਸੇਵਕ ਨਹੀਂ, ਉਹਨੇ ਪਰਮਾਤਮਾ ਦੀ ਸੇਵਾ ਨਹੀਂ ਕੀਤੀ, ਉਹਨੇ ਨਾਮ ਦੇ ਨਾਲ ਨਹੀਂ ਜੁੜਿਆ, ਉਹ ਆਗਿਆਕਾਰੀ ਨਹੀਂ ਹੈ, ਮਾਲਕ ਦੀ ਉਹ ਆਗਿਆ 'ਚ ਨਹੀਂ ਆਏਗਾ, ਫਿਰ ਉਹਨੂੰ ਬੇਇੱਜ਼ਤ ਕਰਕੇ ਲੈ ਕੇ ਜਾਣਾ ਹੈ। ਸੰਸਾਰ ਦੇ ਵਿੱਚ ਬੇਸ਼ੱਕ ਕਿੰਨਾ ਵੀ ਉਹਦੇ ਕੋਲ ਰਾਜ ਭਾਗ ਸੀ, ਕਿੰਨਾ ਉਹਦੇ ਕੋਲ ਧਨ ਦੌਲਤ ਮਾਲ ਸੀ, ਪਰ ਜਦੋਂ ਇੱਥੋਂ ਲੈ ਕੇ ਜਾਣਾ ਜਮਾਨੇ, ਉਹਨਾਂ ਨੇ ਫਿਰ ਨੰਗਾ ਕਰਕੇ ਕੁੱਟਦੇ ਮਾਰਦੇ ਬੇਇੱਜ਼ਤ ਕਰਕੇ ਲੈ ਕੇ ਜਾਂਦੇ। ਜਿਸ ਨੂੰ ਮਾਰੇ ਕਹਿੰਦੇ ਰਾਜ ਰੰਗ ਮਾਲ ਰੰਗ ਰੰਗ ਰਤਾ ਨੱਚੇ ਨੰਗ, ਨਾਨਕ ਠੱਗਿਆ ਮੁੱਠਾ ਜਾਏ ਬਿਨ ਨਾਮੇ ਪੱਤ ਗਿਆ ਗਵਾਈ। ਕਿ ਇੱਧਰ ਸੰਸਾਰ 'ਚ ਤਾਂ ਮਨਮੁਖ ਦੇ ਉੱਤੇ ਬੜੇ ਰੰਗ ਚੜ੍ਹੇ ਸੀ, ਰਾਜ ਦਾ ਰੰਗ, ਮਾਲ ਦਾ ਰੰਗ, ਧਨ ਦੌਲਤ ਦਾ ਰੰਗ,
पर जदों गया बेइज्जत हो के, पत्त गवा के गया, नंगा हो के गया। ताइयों महाराज कहते नंगा दोजक चालिया, दिसे खड़ा डरावना, कर औगण पुछो तावना। मनमुख ਤਾਂ फिर बेइज्जत हो के ਜਾਂਦਾ, ਤੇ ਜਿਹੜੇ ਮਾਲਕ ਦੇ ਸੇਵਕ ਉਹਨਾਂ ਦੀ ਫਿਰ ਮਾਲਕ ਨਿਰੰਕਾਰਾ ਇੱਜ਼ਤ ਰੱਖਦਾ। ਸੇਵਕ ਹੀ ਰਾਖੇ ਨਿਰੰਕਾਰਾ, ਉਹਨਾਂ ਨੂੰ ਬੇਇੱਜ਼ਤ ਨਹੀਂ ਹੋਣ ਦਿੰਦਾ। ਉਹਨਾਂ ਦੇ ਮਨ ਨੂੰ ਫਿਰ ਉਹ ਨਾਮ ਦਾ ਕੱਪੜਾ ਪਹਿਨੇ। ਫੇਰ ਮਹਾਰਾਜ ਦੱਸਦੇ ਸੋ ਸੇਵਕ ਜਿਸ ਦਇਆ ਪ੍ਰਭ ਧਾਰੀ, ਨਾਨਕ ਸੋ ਸੇਵਕ ਸਾਸ ਸਾਸ ਸੰਭਾਰੀ। ਬਈ ਮਾਲਕ ਦਾ ਸੇਵਕ ਕੌਣ ਬਣਦਾ? ਫਿਰ ਜਿਹਦੇ ਤੇ ਪਰਮਾਤਮਾ ਆਪ ਦਇਆ ਕਰਦੇ, ਜਿਹਦੇ ਤੇ ਦਇਆ ਕਰਕੇ ਆਪਣੀ ਭਗਤੀ ਤੇ ਲਾ ਲੈਂਦੀ। ਫਿਰ ਉਹ ਸੇਵਕ ਜਿਨ੍ਹਾਂ ਨੂੰ ਆਪਣੀ ਭਗਤੀ ਤੇ ਲਾਉਂਦੇ, ਫਿਰ ਉਹ ਸਾਸ ਸਾਸ ਮਾਲਕ ਨੂੰ ਸੰਭਾਲਦੇ, ਫਿਰ ਉਹ ਸਾਸ ਸਾਸ ਪਰਮਾਤਮਾ ਨੂੰ ਚੇਤੇ ਕਰਦੇ, ਫਿਰ ਉਹ ਦਮ ਦਮ ਮਾਲਕ ਨੂੰ ਧਿਆਉਂਦੇ। ਜਿਸ ਨੂੰ ਮਾਰੇ ਫਰਮਾਉਂਦੇ ਦਮ ਦਮ ਸਦਾ ਸੰਭਾਲਦਾ, ਦਮ ਨਾ ਵਿਰਥਾ ਜਾਈ। ਫਿਰ ਉਹ ਸਾਸ ਸਾਸ ਮਾਲਕ ਨੂੰ ਚਿਤਾਰਦੇ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੀ ਚਿੰਦ। ਵੀ ਉਹ ਸਾਸ ਸਾਸ ਫਿਰ ਸੰਭਾਲਦੇ। ਜਿੰਨੇ ਵੀ ਸਵਾਸ ਸਾਨੂੰ ਆ ਰਹੇ, ਹਰ ਇੱਕ ਸਵਾਸ ਦੇ ਨਾਲ ਮਾਲਕ ਦੇ ਗੁਣ ਗਾਉਂਦੇ, ਮਾਲਕ ਨੂੰ ਭੁਲਾਉਂਦੇ ਨਹੀਂ। ਸੰਸਾਰ 'ਚ ਕਿਰਤ ਕਰਦੇ ਹੋਏ, ਕਰਮ ਕਰਦੇ ਹੋਏ ਵੀ ਐਸਾ ਕੋਈ ਕਰਮ ਨਹੀਂ ਵੀ ਜਿਹੜਾ ਕਰਦੇ ਹੋਏ ਉਹਨਾਂ ਨੂੰ ਮਾਲਕ ਭੁੱਲ ਜੇ, ਵਿਸਰ ਜੇ। ਉਹ ਮਾਲਕ ਨੂੰ ਭੁੱਲਦੇ ਨਹੀਂ, ਵਿਸਾਰਦੇ ਨਹੀਂ। ਇਸ ਵਾਸਤੇ ਫਿਰ ਸੇਵਕ ਦੀ ਨਿਸ਼ਾਨੀ ਬਈ ਸੇਵਕ ਕੌਣ? ਜਿਹਦੇ ਤੇ ਮਾਲਕ ਨੇ ਆਪ ਕਿਰਪਾ ਕੀਤੀ, ਮਿਹਰ ਕੀਤੀ, ਫਿਰ ਉਹ ਮਾਲਕ ਦਾ ਸੇਵਕ ਬਣ ਗਿਆ। ਤੇ ਉਹ ਸੇਵਕ ਫਿਰ ਮਾਲਕ ਦੇ ਸਦਾ ਹੀ ਗੁਣ ਗਾਉਂਦਾ। ਜਿੰਨੇ ਸਵਾਸ ਲੈਂਦਾ ਉਹਨੇ ਹੀ ਮਾਲਕ ਦੇ ਗੁਣ ਗਾਉਂਦਾ। ਰਮਾਉਂਦੇ ਜੇਤੇ ਸਾਸ ਗਿਰਾਸ ਮਨ ਲੇਤਾ, ਤੇ ਹੀ ਗੁਣ ਗਾਈਏ। ਬਈ ਇੱਕ ਤਾਂ ਰਸਨਾ ਆਪਣੀ ਇੱਕ ਰਸਨਾ ਦੁਆਰਾ ਆਪਾਂ ਮਾਲਕ ਦੇ ਗੁਣ ਗਾਉਂਦੇ ਹਾਂ, ਤੇ ਗੁਰਮੁਖਾਂ ਦੀਆਂ ਕਰੋੜਾਂ ਹੀ ਰਸਨਾ ਬਣ ਜਾਂਦੀ। ਜਿੰਨੇ ਰੋਮ ਉਨੀਆਂ ਰਸਨਾ, ਉਨੀਆਂ ਜੀਭਾਂ ਬਣ ਜਾਂਦੀਆਂ, ਕਿਉਂਕਿ ਰੋਮ ਰੋਮ ਤੇ ਆਉਂਦੇ ਮਾਲਕ। ਗੁਰਮੁਖ ਰੋਮ ਰੋਮ ਹਰ ਤੇ ਆਵੇ, ਇੱਕ ਇੱਕ ਰੋਮ ਉਹਨਾਂ ਦਾ ਮਾਲਕ ਨੂੰ ਧਿਆਉਣ ਚ, ਕਿਉਂਕਿ ਰੋਮ ਰੋਮ ਦੇ ਵਿੱਚ ਉਹਨਾਂ ਦੇ ਮਾਲਕ ਵਸ ਜਾਂਦਾ। ਇਸ ਵਾਸਤੇ ਫਿਰ ਇਹ ਸੇਵਕ ਦੀ ਨਿਸ਼ਾਨੀ। ਫਿਰ ਅੱਗੇ ਮਹਾਰਾਜ ਦੱਸਦੇ ਆਪਣੇ ਜਨ ਕਾ ਪਰਦਾ ਢਾਕੇ, ਆਪਣੇ ਸੇਵਕ ਕੀ ਸਰ ਪਰ ਰਾਖੇ। ਵੀ ਜਿਹੜਾ ਉਹਦਾ ਜਨ ਮਾਲਕ ਦਾ ਸੇਵਕ, ਉਹਦਾ ਫਿਰ ਉਹ ਪਰਦਾ ਢੱਕਦਾ, ਉਹਦੀ ਇੱਜ਼ਤ, ਉਹਦੀ ਪੱਤ ਰੱਖਦਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਉਹ ਜਿਹੜਾ ਸੇਵਕ ਮਾਲਕ ਦਾ, ਉਹਦੀ ਇੱਜ਼ਤ, ਉਹਦੀ ਲਾਜ ਉਹਨੇ ਰੱਖਣੀ। ਇਸ ਲਈ ਮਹਾਰਾਜ ਦੱਸਦੇ, ਕਹਿੰਦੇ ਨਿਰਗੁਣ ਰਾਖ ਲਿਆ ਸੰਤਨ ਕਾ ਸਦਕ, ਸਤਿਗੁਰ ਢਾਕ ਲਿਆ ਮੋਹਿ ਪਾਪੀ ਪੜਦਾ। ਜਿਵੇਂ ਮਾਤਾ ਪਿਤਾ ਹੁੰਦੇ, ਸੰਸਾਰੀ ਵੀ ਸੰਸਾਰੀ ਮਾਂ ਹੈ, ਉਹਦੇ ਪੁੱਤ ਦੇ ਵਿੱਚ ਕਿੰਨੇ ਵੀ ਔਗਣ ਹੋਣ, ਕਿੰਨੇ ਵੀ ਉਹ ਔਗਣ ਕਰੇ, ਫਿਰ ਵੀ ਉਹਦੇ ਔਗਣ ਨੇ ਜਿਹੜੇ ਉਹ ਚਿਤਾਰਦੀ ਨਹੀਂ। ਇਸੇ ਤਰ੍ਹਾਂ ਹੀ ਸਾਡਾ ਮਾਤਾ ਪਿਤਾ ਵਾਹਿਗੁਰੂ, ਜਦੋਂ ਅਸੀਂ ਉਹਦੇ ਸਨਮੁਖ ਹੋ ਗਏ, ਹੁਣ ਤਾਂ ਅਸੀਂ ਉਹ ਤੋਂ ਬੇਮੁਖ ਹਾਂ, ਜਦੋਂ ਅਸੀਂ ਉਹਦੇ ਸਨਮੁਖ ਹੋ ਜਾਂਦੇ, ਉਹਦੀ ਆਗਿਆ 'ਚ ਆ ਗਏ ਅਸੀਂ, ਫਿਰ ਉਹ ਸਾਡੇ ਕੋਈ ਵੀ ਔਗਣ ਹੈ ਜਿਹੜਾ ਉਹ ਔਗਣ ਚਿਤਾਰਦਾ। ਇਸ ਲਈ ਮਹਾਰਾਜ ਉਦਾਹਰਨ ਦਿੰਦੇ, ਕਹਿੰਦੇ ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰਾਖਸ ਤੇਤੇ, ਰਾਮਈ ਆਹੋਂ ਬਾਰਕ ਤੇਰਾ, ਕਾਹੇ ਨ ਖੰਡ ਸੌਗਣ ਮੇਰਾ। ਬਈ ਜਿਵੇਂ ਜਨਨੀ ਮਾਂ ਹੈ, ਉਹ ਆਪਦੇ ਸੁੱਤ, ਆਪਦੇ ਬੱਚੇ ਦੇ ਔਗਣ ਚਿਤਾਰਦੀ ਨਹੀਂ। ਉਹ ਕਿੰਨੇ ਵੀ ਔਗਣ ਕਰੇ, ਉਹ ਫਿਰ ਵੀ ਉਹ ਭੁਲਾ ਦਿੰਦੀ, ਉਹ ਚੇਤੇ ਨਹੀਂ ਰੱਖਦੀ ਵੀ ਕੋਈ ਗੱਲ।
ਸੋ ਇਸੇ ਤਰ੍ਹਾਂ ਹੀ ਆਪਣਾ ਮਾਤਾ ਪਿਤਾ ਵਾਹਿਗੁਰੂ ਨਿਰੰਕਾਰ, ਉਹ ਵੀ ਸਾਡੇ ਔਗਣ ਨਹੀਂ ਚਿਤਾਰਦਾ, ਉਹ ਸਾਡੇ ਦੇਖਦਾ ਨਹੀਂ ਔਗਣ। ਜਦੋਂ ਅਸੀਂ ਉਹਦੇ ਕਹਿਣੇ 'ਚ ਆ ਜਾਂਦੇ, ਉਹ ਸਾਡੇ ਉਹ ਔਗਣਾਂ 'ਤੇ ਪਰਦਾ ਪਾ ਦਿੰਦਾ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਆਪਦੇ ਜਨ ਦੇ ਔਗਣਾਂ ਦਾ ਉਹ ਪਰਦਾ ਢੱਕਦਾ, ਕਿਉਂਕਿ ਉਹਦੇ ਸਨਮੁਖ ਉਹਦੇ ਗੁਣ ਗਾਉਂਦੇ। ਜਿਹਨੇ ਮਾਲਕ ਨੇ ਜਿਹਨੂੰ ਇੱਕ ਵਾਰ ਆਪਦਾ ਬਣਾ ਲਿਆ, ਫਿਰ ਉਹ ਮੁੜ ਕੇ ਉਹਦਾ ਕੋਈ ਔਗਣ ਚਿਤਾਰਦਾ ਹੀ ਨਹੀਂ। ਮਹਾਰਾਜ ਕਹਿੰਦੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ, ਤਿਨ ਕਾ ਬਹੁਰ ਕਿਛ ਨਾ ਵਿਚਾਰੇ। ਇੱਕ ਵਾਰ ਉਹਨੇ ਸਾਨੂੰ ਆਪਣਾ ਬਣਾ ਲਿਆ, ਇੱਕ ਵਾਰ ਉਹ ਸਾਡੇ ਤੇ ਟੁੱਟ ਗਿਆ, ਫਿਰ ਅਸੀਂ ਬੇਸ਼ੱਕ ਔਗਣ ਵੀ ਕਰਦੇ ਹਾਂ, ਉਹ ਔਗਣ ਚਿਤਾਰਦਾ ਨਹੀਂ। ਇਸ ਲਈ ਫਿਰ ਮਹਾਰਾਜ ਕਹਿੰਦੇ ਵੀ ਉਹਦਾ ਜਿਹੜਾ ਸੇਵਕ ਉਹਦੀ ਲਾਜ ਰੱਖਦਾ, ਉਹਦਾ ਪਰਦਾ ਢੱਕਦਾ। ਫਿਰ ਮਹਾਰਾਜ ਕਹਿੰਦੇ ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ। ਫਿਰ ਉਹ ਪਰਦਾ ਤਾਂ ਢੱਕਦਾ ਹੀ ਢੱਕਦਾ, ਫਿਰ ਨਾਲ ਉਹਨੂੰ ਵਡਿਆਈ ਵੀ ਦਿੰਦਾ ਹੈ। ਬਈ ਵਡਿਆਈ ਦੇ ਕੇ ਉਸ ਨੂੰ ਫਿਰ ਉਹ ਤੋਂ ਨਾਲੇ ਨਾਮ ਜਪਾਉਂਦਾ, ਆਪਣੇ ਸੇਵਕ ਤੋਂ ਆਪਦਾ ਨਾਮ ਵੀ ਜਪਾਉਂਦਾ, ਸਿਮਰਨ ਵੀ ਕਰਾਉਂਦਾ, ਫਿਰ ਸਤ ਸੰਗਤ ਵੀ ਕਰਾਉਂਦਾ, ਤੇ ਨਾਲੇ ਫਿਰ ਉਹ ਵਡਿਆਈ ਵੀ ਦਿੰਦਾ, ਉਹਨੂੰ ਮਾਣ ਵੀ ਦਿੰਦਾ ਵੀ ਇਹ ਮੇਰਾ ਬੱਚਾ, ਇਹ ਗੁਰਮੁਖ ਹੈ। ਇਸ ਵਾਸਤੇ ਮਾਲਕ ਦਾ ਬਿਰਧ ਉਹਦਾ ਸੁਭਾਅ ਹੈ ਵੀ ਉਹ ਨਿਮਾਣਿਆਂ ਨੂੰ ਮਾਣ ਦਿੰਦਾ। ਜਿੰਨੇ ਅਸੀਂ ਮਨ ਕਰਕੇ ਨਿਮਾਣੇ ਹੋ ਜਾਵਾਂਗੇ, ਉਨਾ ਹੀ ਅਸੀਂ ਸੁਖੀ ਹੋ ਜਾਂਦੇ। ਮਹਾਰਾਜ ਫਰਮਾਉਂਦੇ ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆਂ ਮਾਣ ਦਿਵਾਵੇ। ਵੀ ਇਹ ਹਰੀ ਦੀ ਮਾਲਕ ਦੀ ਵਡਿਆਈ ਦੇਖੋ, ਵੀ ਉਹ ਨਿਮਾਣਿਆਂ ਨੂੰ, ਉਹ ਨਤਾਣਿਆਂ ਨੂੰ ਉਹ ਮਾਣ ਦਿਵਾਉਂਦਾ। ਇਸੇ ਤਰ੍ਹਾਂ ਹੀ ਫਿਰ ਉਹ ਆਪਣੀ ਦਾਸ ਦੀ ਵਡਿਆਈ ਕਰਾਉਂਦਾ, ਉਹਨੂੰ ਮਾਣ ਬਖਸ਼ਦਾ। ਤੇ ਫਿਰ ਮਹਾਰਾਜ ਕਹਿੰਦੇ ਵੀ ਉਹਦੀ ਇੱਜ਼ਤ ਪੱਤ ਵੀ ਰੱਖਦਾ ਤੇ ਉਹ ਤੋਂ ਨਾਮ ਵੀ ਜਪਾਉਂਦਾ। ਆਪਣੇ ਸੇਵਕ ਕੀ ਆਪੇ ਰੱਖੇ, ਆਪੇ ਨਾਮ ਜਪਾਵੇ। ਜਹ ਜਹ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠ ਆਵੇ। ਸੇਵਕ ਉਹ ਨੈਗੇਟਿਵ ਹੋਏ ਦਿਖਾਵੇ। ਦੇਖੋ ਕਿੰਨਾ ਦਿਆਲੂ, ਕਿੰਨਾ ਕਿਰਪਾਲੂ ਹੈ। ਵੀ ਇੱਕ ਤਾਂ ਸਾਡੇ ਔਗਣ ਢੱਕਦਾ, ਪਰਦਾ ਰੱਖਦਾ, ਫਿਰ ਸਾਡੀ ਉਹ ਇੱਜ਼ਤ ਵੀ ਰੱਖਦਾ, ਫਿਰ ਉਹ ਆਪਦੇ ਸੇਵਕ ਤੋਂ ਨਾਮ ਵੀ ਜਪਾਉਂਦਾ, ਸੰਗਤ ਵੀ ਕਰਾਉਂਦਾ। ਤੇ ਫਿਰ ਜਿੱਥੇ ਉਹਦੀ ਕਿਰਤ ਹੈ, ਜਿਹੜਾ ਉਹਦਾ ਕਰਮ ਹੈ, ਉਹ ਕਰਮ ਵੀ ਉਹ ਆਪ ਕਰਦਾ। ਦੇਖੋ ਕਿੱਡਾ ਦਿਆਲੂ ਹੈ। ਉਹ ਕਹਿੰਦਾ ਵੀ ਤੂੰ ਜੇ ਮੇਰਾ ਕੰਮ ਕਰਦਾ ਨਾ, ਤੂੰ ਸਿਮਰਨ ਕਰਦਾ, ਤੂੰ ਸੰਗਤ ਕਰਦਾ, ਤੇਰਾ ਕੰਮ ਮੈਂ ਆਪ ਕਰਦਾ। ਜਿਹੜਾ ਉਹਦਾ ਸੇਵਕ ਉਹਦੇ ਕਰਮ ਦੇ ਵਿੱਚ ਫਿਰ ਉਹਨੂੰ ਨੈਗੇਟਿਵ ਹੋ ਕੇ ਦਿਖਾਉਂਦਾ ਵੀ ਮੈਂ ਨਾਲ ਹਾਂ, ਕਿਸੇ ਕਿਸਮ ਦਾ ਕੋਈ ਵਿਘਨ ਨਹੀਂ ਲੱਗਣ ਦਿੰਦਾ। ਮਹਾਰਾਜ ਕਹਿੰਦੇ ਸੇਵਕ ਉਹ ਨੈਗੇਟਿਵ ਹੋਏ ਦਿਖਾਵੇ, ਵੀ ਨੇੜੇ ਹੋ ਕੇ ਫਿਰ ਮਾਲਕ ਪ੍ਰਕਾਸ਼ ਰੂਪ ਫਿਰ ਉਹ ਆਪਦੇ ਸੇਵਕਾਂ ਦੇ ਉਹ ਕੰਮ ਵੀ ਕਰਦਾ। ਜਿਵੇਂ ਭਗਤਾਂ ਦੇ ਕੀਤੇ, ਜਿਵੇਂ ਭਗਤ ਹੋਏ ਭਗਤ ਧੰਨਾ ਜੀ, ਉਹਨਾਂ ਨੇ ਜਦੋਂ ਮਾਲਕ ਦੇ ਨਾਲ ਮਿਲਾਪ ਕੀਤਾ ਤੇ ਉਹਨਾਂ ਨੇ ਫਿਰ ਸਾਰਾ ਕੁਝ ਮੰਗ ਲਿਆ ਮਾਲਕ 'ਚ। ਕੀ ਮੰਗਿਆ? ਉਹਨਾਂ ਨੂੰ ਜੋ ਲੋੜ ਸੀ ਉਹਨਾਂ ਨੇ ਮੰਗਿਆ ਵੀ ਸਾਨੂੰ ਆਹ ਦਾਲ ਸਿੱਧਾ ਚਾਹੀਦਾ ਹੈ, ਵੀ ਸਾਨੂੰ ਜਿਹੜੀ ਕਣਕ ਹੈ ਉਹ ਕਹਿੰਦੇ ਵੀ ਉਹ ਮੋਟਾ ਦਾਣਾ ਚਾਹੀਦਾ, ਵਧੀਆ, ਵੀ ਜਿਹਨੂੰ 7 ਸੀਕਾਂ ਲੱਗੀਆਂ ਹੋਣ। ਵੀ ਜਿਵੇਂ ਹੁਣ ਤਾਂ ਉਵੇਂ ਸਮਾਂ ਨਹੀਂ, ਵੀ ਹੁਣ ਤਾਂ 1-2 ਵਾਰੀ ਵਾਹੀ ਕਰਕੇ ਬਾਅਦ ਨੇ, ਪਹਿਲਾਂ ਉਹ 1 ਵਾਰੀ ਵਾਹੀ ਕਰਕੇ ਛੱਡ ਦਿੰਦੇ, ਫਿਰ ਦੁਬਾਰਾ, ਫਿਰ ਤੀਜੀ ਵਾਰ, 7 ਵਾਰ ਵਾਹ ਕੇ ਛੱਡਦੇ, ਤੇ ਫਿਰ ਉਹ ਜਦੋਂ ਕਣਕ ਹੁੰਦੀ ਉਹ ਬੜੀ ਵਧੀਆ ਕਣਕ ਹੁੰਦੀ। ਤੇ ਉਹ ਭਗਤ ਧੰਨਾ ਜੀ ਕਹਿੰਦੇ ਵੀ ਮੈਨੂੰ ਉਹ ਕਣਕ ਚਾਹੀਦੀ ਵਧੀਆ। ਫਿਰ ਉਹ ਕਹਿੰਦੇ ਵੀ ਇੱਕ ਗਾਂ ਵੀ ਚਾਹੀਦੀ ਲਵੇਰੀ, ਜਿਹੜੀ ਵਧੀਆ ਦੁੱਧ ਦਿੰਦੀ ਹੋਵੇ। ਫਿਰ ਇੱਕ ਘੋੜੀ ਚਾਹੀਦੀ ਜਾਣ ਆਉਣ ਨੂੰ ਕਿਤੇ, ਜਿਵੇਂ ਹੁਣ ਚਲੋ ਸਮਾਂ ਬਦਲ ਗਿਆ, ਆਪਾਂ ਹੁਣ ਕਹਿੰਦੇ ਨੇ ਸਾਨੂੰ ਗੱਡੀ ਚਾਹੀਦੀ ਹੈ ਜੀ, ਉਦੋਂ ਉਹਨਾਂ ਨੇ ਆਖਿਆ ਵੀ ਘੋੜੀ ਚਾਹੀਦੀ ਹੈ ਸਾਨੂੰ। ਤੇ ਫਿਰ ਉਹਨਾਂ ਨੇ ਆਖਿਆ ਵੀ ਮੈਨੂੰ ਇੱਕ ਘਰ ਵਾਲੀ ਚਾਹੀਦੀ।
ਵੀ ਜਿਹੜੀ ਸਤੋ ਗੁਣੀ ਹੋਵੇ ਨਾਲ ਸਿਮਰਨ ਕਰੇ, ਸੰਗਤ ਕਰੇ ਤੇ ਨਾਲ ਸੇਵਾ ਵੀ ਕਰੇ। ਤੇ ਜੋ ਫਿਰ ਉਹਨਾਂ ਦੀ ਇੱਛਾ ਉਹ ਮਾਲਕ ਨੇ ਸਾਰੀਆਂ ਪੂਰੀਆਂ ਕਰ ਦਿੰਦਾ। ਜੋ ਮੰਗਦਾ ਭਗਤ ਉਹੀਓ ਕੁਛ ਉਹ ਦੇ ਦਿੰਦਾ। ਇਸ ਲਈ ਫਿਰ ਜੋ ਜੋ ਉਹਨਾਂ ਨੇ ਮੰਗਿਆ ਉਹਨਾਂ ਨੇ ਗੁਰਬਾਣੀ ਚੋਂ ਵੀ ਦੱਸਿਆ। ਕਹਿੰਦੇ ਗੋਪਾਲ ਤੇਰਾ ਅਰਥ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਦਾਲ ਸੀਧਾ ਮੰਗੂ ਘਿਓ ਹਮਰੀ ਖੁਸ਼ੀ ਕਰੇ ਨਿਤ ਜੀਓ। ਪਨੀਆਂ ਸ਼ਾਦਨ ਨੀਕਾ ਨਾਜ ਮੰਗੂ ਸਤ ਸੀਕਾ। ਗਊ ਭੈਸ ਮੰਗੂ ਲਵੇਰੀ ਇੱਕ ਤਾਜਨ ਤੁਰੀ ਚੰਗੇਰੀ। ਘਰ ਕੀ ਗੀਹਣ ਚੰਗੀ ਜਨ ਧੰਨਾ ਲੇਵੇ ਮੰਗੀ। ਵੀ ਉਹਨਾਂ ਨੇ ਸਾਰਾ ਕੁਝ ਮੰਗਿਆ, ਦਾਲ ਸੀਧਾ ਘਿਓ ਸਾਰਾ ਕੁਝ ਹੀ ਮੰਗਿਆ ਹੈ ਨਾ ਜੀ। ਤੇ ਫਿਰ ਉਹ ਕਹਿੰਦੇ ਵੀ ਇੱਕ ਗੀਹਣ ਕਹਿੰਦੇ ਘਰ ਵਾਲੀ ਨੂੰ, ਵੀ ਇੱਕ ਘਰ ਵਾਲੀ ਵੀ ਚਾਹੀਦੀ ਵੀ ਜਿਹੜੀ ਸੇਵਾ ਕਰੇ, ਸਿਮਰਨ ਕਰੇ। ਸੋ ਫਿਰ ਮਾਲਕ ਨੇ ਉਹਨਾਂ ਦੀ ਇੱਛਾ ਸੀ ਜਿਹੜੀ ਉਹ ਸਾਰੀਆਂ ਪੂਰੀਆਂ ਕੀਤੀਆਂ। ਇਸੇ ਤਰ੍ਹਾਂ ਹੀ ਫਿਰ ਇੱਥੇ ਆਪਾਂ ਨੂੰ ਦੱਸਦੇ ਗੁਰੂ ਅਰਜਨ ਦੇਵ ਜੀ ਵੀ ਆਪਦੇ ਸੇਵਕ ਨੂੰ ਉਹ ਵਡਿਆਈ ਦਿੰਦਾ, ਆਪਣੇ ਸੇਵਕ ਤੋਂ ਨਾਮ ਜਪਾਉਂਦਾ। ਫਿਰ ਮਹਾਰਾਜ ਕਹਿੰਦੇ ਆਪਣੇ ਸੇਵਕ ਹੀ ਆਪ ਪਤ ਰਾਖੇ ਤਾਂ ਕਿ ਗਤ ਮਿਤ ਕੋਈ ਨਾ ਲਾਖੇ। ਵੀ ਆਪਣੇ ਸੇਵਕ ਦੀ ਫਿਰ ਜਿਹੜੇ ਉਹਦੇ ਭਗਤ ਜਿਵੇਂ ਉਹਨਾਂ ਨੂੰ ਜੋ ਚਾਹੀਦਾ ਉਹ ਵੀ ਦਿੰਦਾ ਤੇ ਫਿਰ ਉਹਨਾਂ ਦੀ ਪਤ ਇੱਜ਼ਤ ਵੀ ਰੱਖਦਾ ਤੇ ਫਿਰ ਇੰਨੀ ਵਡਿਆਈ ਦਿੰਦਾ ਵੀ ਉਹਨਾਂ ਦੀ ਜਿਹੜੀ ਗਤ ਮਿਤ ਵੀ ਉਹਨਾਂ ਦੀ ਜਿਹੜੀ ਵਡਿਆਈ ਉਹ ਵਡਿਆਈ ਵੀ ਨਹੀਂ ਜਾਣੀ ਜਾ ਸਕਦੀ। ਜਿਵੇਂ ਮਾਲਕ ਦਾ ਅੰਤ ਨਹੀਂ ਪਾਇਆ ਜਾ ਸਕਦਾ, ਇਸੇ ਤਰ੍ਹਾਂ ਹੀ ਜਿਹੜੇ ਮਾਲਕ ਦੇ ਸੇਵਕ ਸੰਤ ਸਾਧੂ ਭਗਤ ਗੁਰਸਿੱਖ ਉਹਨਾਂ ਦੀ ਵਡਿਆਈ ਦਾ ਵੀ ਅਸੀਂ ਅੰਤ ਨਹੀਂ ਪਾ ਸਕਦੇ। ਵੀ ਉਹਨਾਂ ਦੀ ਕਿੰਨੀ ਕੁ ਮਹਿਮਾ, ਕਿੰਨੀ ਕੁ ਸੋਭਾ। ਕਿਉਂਕਿ ਆਪਾਂ ਤਾਂ ਸਿਰਫ ਸੰਸਾਰ 'ਚ ਦੇਖਦੇ ਹਾਂ ਵੀ ਜੀਵਨ ਨੂੰ, ਜਿਨ੍ਹਾਂ ਨੂੰ ਆਪਾਂ ਜਾਣਦੇ ਆਪਾਂ ਉਹਨਾਂ ਨੂੰ ਦੇਖਦੇ ਹਾਂ, ਪਰ ਉਹਨਾਂ ਦੀ ਵਡਿਆਈ ਜਿਹੜੀ ਹੋਰਾਂ ਖੰਡਾਂ ਬ੍ਰਹਿਮੰਡਾਂ 'ਤੇ ਵੀ, ਉਹਨਾਂ ਨੂੰ ਉਹ ਸੂਖਮ ਜੀਵ ਵੀ ਜਾਣਦੇ ਜਿਨ੍ਹਾਂ ਨੂੰ ਅਸੀਂ ਇਹਨਾਂ ਅੱਖਾਂ ਦੁਆਰਾ ਦੇਖ ਨਹੀਂ ਸਕਦੇ। ਜਿਵੇਂ 33 ਕਰੋੜ ਦੇਵੀ ਦੇਵਤਾ, ਉਹਨਾਂ 'ਚ ਵੀ ਉਹਨਾਂ ਦੀ ਵਡਿਆਈ ਹੈ ਗੁਰਮੁਖਾਂ ਦੀ। ਫਿਰ ਹੋਰ ਜਿਹੜੇ ਰਿਸ਼ੀ ਮੁਨੀ ਜਿਹੜੇ ਸੁੰਨ 'ਚ ਸਮਾਏ ਬੈਠੇ, ਉਹਨਾਂ 'ਚ ਵੀ ਵਡਿਆਈ ਹੈ ਉਹਨਾਂ ਦੀ। ਸੋ ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਉਹਨਾਂ ਦੀ ਜਿਹੜੀ ਅਵਸਥਾ, ਉਹ ਅਵਸਥਾ ਅਸੀਂ ਜਾਣ ਹੀ ਨਹੀਂ ਸਕਦੇ। ਜਿਵੇਂ ਸਾਧੂ ਦੀ ਮਹਿਮਾ ਕਹਿੰਦੇ ਵੀ ਵੇਦ ਵੀ ਨਹੀਂ ਜਾਣ ਸਕਦਾ। ਸਾਧਕ ਦੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਤੇਤਾ ਵਖਿਆਨੇ। ਵੀ ਜਿੰਨਾ ਕੁ ਉਹਨਾਂ ਨੇ ਵਿਖਿਆਨ ਕੀਤਾ, ਜਿੰਨਾ ਕੁ ਆਪਾਂ ਨੂੰ ਦੱਸਦੇ ਆਪਾਂ ਉਹਨਾਂ ਕੀ ਅੰਦਾਜ਼ਾ ਲਾਉਂਦੇ। ਸੋ ਇਸ ਵਾਸਤੇ ਫਿਰ ਉਹਨਾਂ ਦੀ ਜਿਹੜੀ ਵਡਿਆਈ ਉਹ ਗਿਣਤੀ ਮਿਣਤੀ ਤੋਂ ਬਾਹਰ ਹੋ ਜਾਂਦੀ ਵੀ ਜਿੱਥੇ ਤੱਕ ਅਸੀਂ ਸੋਚ ਵੀ ਨਹੀਂ ਸਕਦੇ। ਫਿਰ ਮਹਾਰਾਜ ਕਹਿੰਦੇ ਪ੍ਰਭ ਕੇ ਸੇਵਕ ਕੋ ਨਾ ਪਹੁੰਚੇ, ਪ੍ਰਭ ਕੇ ਸੇਵਕ ਉੱਚ ਤੇ ਉੱਚੇ। ਵੀ ਜਿਹੜਾ ਮਾਲਕ ਦਾ ਸੇਵਕ, ਜਿਹੜਾ ਭਗਤ ਹੈ, ਉਹਦੇ ਬਰਾਬਰ ਹੋਰ ਕੋਈ ਨਹੀਂ ਸੰਸਾਰ ਦੇ ਵਿੱਚ। ਚਾਹੇ ਕੋਈ ਕਿੱਡਾ ਵੀ ਧਨਾਟ, ਕਿੰਨਾ ਵੀ ਰਾਜਾ, ਕਿੱਡਾ ਵੀ ਸੂਰਬੀਰ, ਭਗਤ ਦੇ ਬਰਾਬਰ ਕੋਈ ਨਹੀਂ। ਜਿਹੜਾ ਮਾਲਕ ਦਾ ਸੇਵਕ ਉਹਦੇ ਬਰਾਬਰ ਕੋਈ ਨਹੀਂ ਹੈ। ਇਸ ਲਈ ਜਿਹੜਾ ਉਹਦਾ ਸੇਵਕ ਮਹਾਰਾਜ ਕਹਿੰਦੇ ਉੱਚੇ ਤੋਂ ਉੱਚਾ। ਵੀ ਕਿੰਨਾ ਉੱਚਾ ਵੀ ਮਾਲਕ ਨੇ ਉਹਨੂੰ ਫਿਰ ਕਹਿ ਦਿੱਤਾ ਵੀ ਇਹ ਮੇਰਾ ਹੀ ਰੂਪ ਹੈ। ਤੇ ਮੈਂ ਆਪਾਂ ਨੂੰ ਦੱਸਿਆ ਵੀ ਜਿਹੜਾ ਸੰਤ ਭਗਤ ਸਾਧੂ ਬ੍ਰਹਮ ਗਿਆਨੀ ਵੀ ਉਹ ਆਪ ਪਰਮੇਸ਼ਰ ਦਾ ਹੀ ਰੂਪ ਹੋ ਜਾਂਦਾ ਹੈ। ਵੀ ਉਹਨਾਂ ਤੇ ਮਾਲਕ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਫਿਰ ਮਹਾਰਾਜ ਦੱਸਦੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ। ਵੀ ਜਿਹਨੂੰ ਮਾਲਕ ਨੇ ਫਿਰ ਆਪਦੀ ਸੇਵਾ ਤੇ ਲਾ ਲਿਆ, ਜਿਹਨੂੰ ਆਪਣਾ ਸੇਵਕ ਬਣਾ ਲਿਆ, ਉਸ ਸੇਵਕ ਦੀ ਜਿਹੜੀ ਸੋਭਾ ਉਹ ਦਸਮ ਦਿਸ਼ਾਵਾਂ ਦੇ ਵਿੱਚ ਮਾਲਕ ਆਪ ਕਰਾ ਦਿੰਦਾ, ਉਹ ਪ੍ਰਗਟ ਹੋ ਜਾਂਦਾ। 10 ਦਿਸ਼ਾਵਾਂ ਕਿਹੜੀਆਂ? ਜਿਵੇਂ ਹੁਣ ਆਪਾਂ ਨੂੰ ਦੱਸਿਆ ਵੀ ਇਹ 4 ਦਿਸ਼ਾਵਾਂ ਆਪਾਂ ਪੂਰਬ ਪੱਛਮ ਉੱਤਰ ਦੱਖਣ ਇਹਨੂੰ ਕਹਿੰਦੇ ਆ, ਤੇ 4 ਇਹਨਾਂ ਦੇ ਸੈਂਟਰ ਦੀਆਂ, ਦੂਸਰੀਆਂ ਕੋਨੇ ਇਹਨਾਂ ਦੇ।
ਤੇ ਇੱਕ ਪਤਾਲ ਤੇ 10 ਮਰੇ ਆਕਾਸ਼, ਇਹ 10 ਦਿਸ਼ਾਵਾਂ ਹੋ ਗਈਆਂ। ਹੁਣ ਜਿਹੜਾ ਮਾਲਕ ਦਾ ਸੇਵਕ ਉਹ 10 ਦਿਸ਼ਾਵਾਂ ਦੇ ਵਿੱਚ ਪ੍ਰਗਟ ਹੋ ਜਾਂਦਾ, ਬਈ ਉਹਦੀ ਹਰ ਪਾਸੇ ਮਾਲਕ ਜਿਹੜੀ ਸੋਭਾ ਵਡਿਆਈ ਕਰ ਦਿੰਦਾ ਹੈ। ਫਿਰ ਅੱਗੇ ਮਹਾਰਾਜ ਦੱਸਦੇ, ਨੇਕੀ ਕੀਰੀ ਮੈਂ ਕਲ ਰਾਖੀ, ਭਸਮ ਕਰੇ ਲਸਕਰ ਕੋਟ ਲਾਖੇ। ਹੁਣ ਇੱਕ ਛੋਟਾ ਜਿਹਾ ਜੀਵ ਕੀੜੀ ਤੇ ਇੱਕ ਸਮੁੰਦਰ ਹੈ ਕਿੱਡਾ ਵੱਡਾ। ਹੁਣ ਜੇ ਸਮੁੰਦਰ ਮਨਮੁਖ ਹੈ, ਨਾਸਤਕ ਹੈ, ਤੇ ਕੀੜੀ ਗੁਰਮੁਖ, ਉਹਦੇ ਮਨ ਦੇ ਵਿੱਚ ਮਾਲਕ ਵਸ ਗਏ। ਤੇ ਮਾਰੇ ਕਹਿੰਦੇ ਐਡਾ ਵੱਡਾ ਸਮੁੰਦਰ ਉਹ ਕੀੜੀ ਦੇ ਤੁਲ ਨਹੀਂ, ਕੀੜੀ ਉਹ ਤੋਂ ਉੱਤਮ। ਜਿਵੇਂ ਆਪਾਂ ਨੂੰ ਗੁਰੂ ਨਾਨਕ ਦੇਵ ਜੀ ਫਰਮਾਉਂਦੇ, ਸਮੁੰਦਰ ਸਾਧ ਸੁਲਤਾਨ ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵੇ ਜੇ ਤਿਸ ਮਨੋ ਨਾ ਵਿਸਰੇ। ਵੀ ਸਮੁੰਦਰ ਕਿੱਡਾ ਵੱਡਾ, ਪਰ ਜੇ ਉਹ ਨਾਸਤਕ ਹੈ, ਮਨਮੁਖ, ਇਸੇ ਤਰ੍ਹਾਂ ਵੀ ਮਨਮੁਖ ਕਿੰਨਾ ਵੀ ਉਹਦੇ ਕੋਲ ਫੌਜਾਂ, ਕਿੰਨੇ ਵੀ ਲਸ਼ਕਰ ਹੋਣ, ਉਹ ਸਾਰੇ ਭਸਮ ਹੋ ਜਾਂਦੇ, ਸਾਰੇ ਖਤਮ ਹੋ ਜਾਂਦੇ। ਪਰ ਜਿਹੜਾ ਗੁਰਮੁਖ ਹੈ ਉਹਦਾ ਕਦੇ ਨਾਸ ਨਹੀਂ ਹੁੰਦਾ। ਗੁਰਮੁਖ ਨੇ ਜਿਹੜੇ ਉਹ ਸਦਾ ਜਿਉਂਦੇ, ਉਹ ਸਦਾ ਵਾਸਤੇ ਅਮਰ ਹੋ ਜਾਂਦੇ। ਮਨਮੁਖ ਹੈ ਜਿਹੜਾ ਉਹ ਜੰਮਦਾ ਮਰਦਾ, ਵਾਰ-ਵਾਰ ਜੂਨਾਂ ਦੇ ਵਿੱਚ ਆਉਂਦਾ। ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਵੀ ਜਿਵੇਂ ਕਰੋੜਾਂ ਹੀ ਇਹ ਭਸਮ ਲਸ਼ਕਰ ਜਿਹੜੇ ਫੌਜਾਂ ਇਹ ਹੋ ਜਾਂਦੀਆਂ, ਪਰ ਜੇ ਇੱਕ ਛੋਟੇ ਜਿਹੇ ਕੀੜੀ ਜੀਵ ਹੈ ਤੇ ਮਾਲਕ ਨੇ ਜਦੋਂ ਹੱਥ ਦੇ ਕੇ ਰੱਖਣਾ, ਫਿਰ ਉਹਨੂੰ ਉਹ ਮਾਰ ਨਹੀਂ ਸਕਦਾ ਕੋਈ ਜੀਵ, ਕਿਉਂਕਿ ਮਾਲਕ ਦਾ ਆਪਣਾ ਖੇਲ ਹੈ। ਜਿਵੇਂ ਮਹਾਰਾਜ ਅੱਗੇ ਦੱਸਦੇ, ਜਿਸ ਕਾ ਸਾਸਨ ਕਾਢ ਤਾਪ ਤਾਕੋ ਰੱਖਤ ਦੇ ਕਰ ਹੱਥ। ਵੀ ਜਿਹਦੇ ਸਵਾਸ ਮਾਲਕ ਆਪ ਕੱਢਦਾ ਨਹੀਂ, ਉਹਨੂੰ ਹੱਥ ਦੇ ਕੇ ਬਚਾ ਲੈਂਦਾ, ਉਹਨੂੰ ਕੋਈ ਮਾਰ ਨਹੀਂ ਸਕਦਾ। ਜਿਵੇਂ ਹੁਣ ਸੰਸਾਰ ਦੇ ਵਿੱਚ ਤਾਂ ਨਾ ਗਿਆਨ ਹੋਣ ਕਰਕੇ, ਨਾ ਭੇਦ ਹੋਣ ਕਰਕੇ ਅਸੀਂ ਹੋਰਾਂ ਜੀਵਾਂ ਨੂੰ ਦੋਸ਼ ਦਿੰਦੇ ਜਾਂ ਇਲਜ਼ਾਮ ਲਾਉਂਦੇ, ਪਰ ਸੰਸਾਰ ਦੇ ਵਿੱਚ ਉਹ ਜਾਣਾ ਉਹਨੇ ਹੀ ਹੈ ਜਿਹਦੇ ਸਵਾਸ ਮਾਲਕ ਆਪ ਕੱਢ ਲਵੇ। ਜਿਹਦੇ ਸਵਾਸ ਆਪ ਕੱਢਦਾ ਨਹੀਂ, ਉਹਨੂੰ ਹੱਥ ਦੇ ਕੇ ਰੱਖ ਲੈਂਦਾ, ਉਹਨੂੰ ਕੋਈ ਮਾਰ ਨਹੀਂ ਸਕਦਾ। ਫੇਰ ਮਹਾਰਾਜ ਕਹਿੰਦੇ, ਮਾਨਸ ਜਤਨ ਕਰਤ ਬਹੁ ਭਾਂਤ, ਤਿਸਕੇ ਕਰਤ ਵਿਰਥੇ ਜਾਚ। ਬਈ ਜੀਵ ਆਪਣੇ ਮਤ ਦੁਆਰਾ ਵੀ ਕਿੰਨਾ ਵੀ ਉਹ ਯਤਨ ਕਰੇ, ਕਿੰਨਾ ਵੀ ਉਹ ਸੰਸਾਰ ਦੇ ਵਿੱਚ ਆਪਦੀ ਮਤ ਦੁਆਰਾ ਸਿਆਣਾ ਹੋ ਜੇ, ਆਪਦੀ ਸਿਆਣਪ ਵਰਤੇ, ਚਤਰ ਹੋ ਜੇ, ਪਰ ਗੁਰੂ ਦੀ ਮਤ ਤੋਂ ਬਿਨਾਂ ਉਹ ਆਪਦੇ ਜੀਵਨ ਦਾ ਜਿਹੜਾ ਲਾਹਾ, ਉਹ ਲਾਹਾ ਨਹੀਂ ਖੱਟ ਸਕਦਾ। ਉਹ ਅਵਰ ਕਾਜ ਕਿੰਨੇ ਵੀ ਕਰ ਲਵੇ, ਉਹਨੇ ਰਹਿਣਾ ਦੁਖੀ ਹੋਈ। ਫੇਰ ਮਹਾਰਾਜ ਕਹਿੰਦੇ, ਮਾਰੇ ਨਾ ਰਾਖੇ ਅਵਰ ਨਾ ਕੋਈ, ਸਰਬ ਜੀਆਂ ਕਾ ਰਾਖਾ ਸੋਈ। ਬਈ ਮਾਲਕ ਹੈ ਜਿਹੜਾ, ਉਹ ਆਪ ਹੀ ਜੀਵਾਂ ਨੂੰ ਪੈਦਾ ਕਰਨ ਵਾਲਾ, ਆਪ ਹੀ ਉਹਨਾਂ ਨੂੰ ਨਾਸ ਕਰਨ ਵਾਲਾ। ਸੋ ਇਸ ਕਰਕੇ ਉਹ ਸਾਰਿਆਂ ਦਾ ਰਖਵਾਲਾ ਆਪ ਹੀ ਹੈ। ਫਿਰ ਸਰਬ ਜੀਆਂ ਕਾ ਰਾਖਾ ਸੋਈ, ਵੀ ਸਾਰਿਆਂ ਦਾ ਰਾਖਾ ਆਪ ਹੀ ਮਾਲਕ। ਤੇ ਗਿਣਤੀ ਦਾ ਸਮਾਂ ਦਿੱਤਾ, ਜਿਹਦਾ ਸਮਾਂ ਪੂਰਾ ਹੋ ਗਿਆ ਉਹਨੇ ਜਾਣਾ ਹੀ ਜਾਣਾ, ਤੇ ਜਿਹਦਾ ਪੂਰਾ ਨਹੀਂ ਹੋਇਆ ਉਹਨੇ ਜਾਣਾ ਹੀ ਨਹੀਂ। ਫੇਰ ਮਾਰੇ ਸੱਚੇ ਪਾਤਸ਼ਾਹ ਕਹਿੰਦੇ, ਕਾਹੇ ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਭ ਲੱਖ ਵਡਾਣੀ। ਆਪਣੇ ਮਨ ਨੂੰ ਕਹਿੰਦੇ ਵੀ ਤੂੰ ਕਿਉਂ ਸੋਚਦਾ, ਤੂੰ ਕਿਉਂ ਐਵੇਂ ਚਿੰਤਾ ਫਿਕਰ ਕਰਦਾ ਹੈ। ਤੂੰ ਇਹ ਚਿੰਤਾ ਫਿਕਰ ਛੱਡ ਕੇ ਸਾਰੇ ਤੂੰ ਇੱਕ ਉਸ ਮਾਲਕ ਪਰਮਾਤਮਾ ਵਾਹਿਗੁਰੂ ਨੂੰ ਸਿਮਰ, ਜਿਹਦਾ ਸਿਮਰਨ ਕਰਨ ਦੇ ਨਾਲ ਤੂੰ ਸਦਾ ਸੁਖੀ ਹੋ ਜਾਣਾ, ਤੂੰ ਸਦਾ ਵਾਸਤੇ ਜੀਵਨ ਮੁਕਤ ਹੋ ਜਾਣਾ। ਸੋ ਇਸ ਵਾਸਤੇ ਫਿਰ ਆਪਣੇ ਮਨ ਨੂੰ ਪ੍ਰਾਣੀ ਕਹਿੰਦੇ ਵੀ ਅਸੀਂ ਲਾਹਾ ਖੱਟਣ ਵਾਸਤੇ ਆਈਏ ਸੰਸਾਰ ਦੇ ਵਿੱਚ। ਪ੍ਰਾਣੀ ਤੋਂ ਆਇਆ ਲਾਹਾ ਲੈਣ,
लग्या कित को फकड़ी सब मुकदी चली रैन। साडे जीवन की जो रैन रात बीतती जा रही, समा साडा रोज़ दी रोज़ घटता जा रहा, दिन पैर घड़ियां समा बीतता ही जा रही है। हुण इह समा खत्म होने तो पहलां पहलां आपां वाहिगुरू नाल मिलाप कर लईए। समा खत्म होने तो पहलां पहलां आपां अपने आपे दी पहचान कर लीए। समा खत्म होने तो पहलां पहलां असीं आपदे घर च वासा कर लईए, घर दे विच आउण जाण बना लईए। ते आपां नूं फिर इस करके समझाउंदे रोज़ भी समा तुहाडा बीतदा जा रिहा, हुण तुसीं संगत विच आके गुरु की शरण च आके आपदा जिहड़ा कारज वो छेती तो छेती नवेड़ लो। रमाउंदे औध घटे दिन सिरै नारे, मन गुर मिल काज सवारी। बई हुण असीं आपदा कारज सवारना, जिहड़ा विगड़े उहनूं सवारना है। ते सवरना किवें? संगत करके, सिमरन अभ्यास करके। आओ हुण आपां आपदा काज सवारीए। अपने हत्थीं सवारना पैंदा। मारे कहंदे अपने हत्थीं अपना आपे ही काज सवारीए। भी किसी होर ने नहीं विगाड़िया, भी असीं आप ही है ते सवारना भी असीं आप ही। गुरमुखां ने सानूं दस दे भी आह विधि आ जुगती तरीके द्वारा तुहाडा सवर सकदा है, ते विगाड़िया किवें आ वो सानूं दस दिंदे भी आह विधि जुगती तरीका अपना के तुसीं विगाड़िया। दुविधा वैर विरोध करके, निंदिया चुगली करके तो तुसीं विगाड़िया। हुण तुसीं संगत करके, सिमरन करके हुण तुसीं सवार सकदे हो इह विधि द्वारा। आओ हुण आपां नूं जो महाराज सवारन वास्ते सास गिरा सिमरन दसदे। सारे गुरमुख प्यारे करो जी शुरू। वाहिगुरू 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 वाहिगुरू
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਇਹ ਹੈ ਵੇਦੀ ਜੁਗਤੀ ਤਰੀਕਾ ਆਪਣਾ ਕਾਰਜ ਸਵਾਰਨ ਦਾ। ਜਿੰਨਾ ਆਪਾਂ ਇਹ ਸਿਮਰਨ ਕਰਾਂਗੇ ਬਾਚੋ ਵੱਧ ਉਨੀ ਛੇਤੀ ਆਪਣਾ ਕਾਰਜ ਸਵਰ ਜੀ। ਜਿਵੇਂ ਕੋਈ ਵੀ ਆਪਾਂ ਕੰਮ ਕਰਦੇ ਹਾਂ, ਆਪਾਂ ਕਹਿੰਦੇ ਵੀ ਆਹ ਕਾਰਜ ਅਸੀਂ ਕਰਨਾ ਹੈ, ਤੇ ਜਿੰਨਾ ਆਪਾਂ ਛੇਤੀ ਕਰਾਂਗੇ ਉਨਾ ਛੇਤੀ ਉਹ ਕੰਮ ਨਿਬੜ ਜਾਂਦਾ। ਜਿੰਨਾ ਅਸੀਂ ਹੌਲੀ ਕਰਾਂਗੇ, ਘੱਟ ਕਰਾਂਗੇ, ਉਨਾ ਟਾਈਮ ਜ਼ਿਆਦਾ ਲੱਗੇਗਾ। ਇਸੇ ਤਰ੍ਹਾਂ ਹੀ ਹੁਣ ਇਹ ਆਪਣਾ ਅਸਲ ਕਾਰਜ ਪਰਮਾਤਮਾ ਦੇ ਨਾਲ ਮਿਲਾਪ ਕਰਨਾ, ਸਿਮਰਨ ਕਰਕੇ ਆਪਦੇ ਘਰੇ ਪਹੁੰਚਣਾ। ਤੇ ਮਹਾਰਾਜ ਕਹਿੰਦੇ ਉਹ ਛੇਤੀ ਤੋਂ ਛੇਤੀ ਸਵਾਰ ਲਓ, ਤੇ ਸਵਾਰਨ ਵਾਸਤੇ ਸਾਨੂੰ ਫਿਰ ਇਹ ਦਿਨ ਰਾਤ ਕਰਨਾ ਪੈਣਾ ਸਿਮਰਨ। ਜਿੰਨਾ ਅਸੀਂ ਵੱਧ ਤੋਂ ਵੱਧ ਕਰਾਂਗੇ ਉਨਾ ਛੇਤੀ ਅਸੀਂ ਨਿਬੇੜ ਕੇ ਆਪਦੇ ਘਰ ਚਲੇ ਜਾਵਾਂਗੇ। ਜਿਵੇਂ ਆਪਾਂ ਦੇਖਦੇ ਹਾਂ ਨਾ, ਕੋਈ ਜੀਵ ਘਰੋਂ ਬਾਹਰ ਜਾਂਦੇ ਜਾਂ ਘਰ 'ਚ ਕੋਈ ਕੰਮ ਕਰਦੇ, ਤੇ ਆਪਾਂ ਨੂੰ ਹੁੰਦਾ ਵੀ ਛੇਤੀ ਛੇਤੀ ਕੰਮ ਕਰਕੇ ਵੀ ਨਿਬੇੜ ਕੇ ਵੀ ਚੱਲੀਏ। ਜੇ ਕੋਈ ਬਾਹਰ ਜਾਂਦੇ ਉਹਨਾਂ ਨੂੰ ਹੁੰਦਾ ਵੀ ਘਰੇ ਚੱਲੀਏ ਫਟਾਫਟ ਨਿਬੇੜ ਕੇ। ਹੁਣ ਇਸੇ ਤਰ੍ਹਾਂ ਹੀ ਫਿਰ ਜਦੋਂ ਆਪਾਂ ਨੂੰ ਗਿਆਨ ਹੋ ਜਾਂਦਾ, ਸੋਝੀ ਆ ਜਾਂਦੀ, ਫਿਰ ਸਾਡੇ ਮਨ ਨੂੰ ਇਹ ਹੁੰਦਾ ਵੀ ਇੱਧਰੋਂ ਫਟਾਫਟ ਨਿਬੇੜ ਕੇ ਵੀ ਆਪਦੇ ਘਰ ਜਾਵਾਂ ਛੇਤੀ। ਉਹ ਇਸ ਵਾਸਤੇ ਫਿਰ ਆਪਾਂ ਨੂੰ ਮਹਾਰਾਜ ਕਹਿੰਦੇ ਵੀ ਇਹ ਹੁਣ ਆਪਣਾ ਕਾਰਜ, ਇਹਦੇ ਵਿੱਚ ਢਿੱਲ ਨਹੀਂ ਕਰਨੀ, ਆਲਸ ਨਹੀਂ ਕਰਨਾ, ਤੇ ਕੋਸ਼ਿਸ਼ ਕਰਨੀ ਇਹਨੂੰ ਸਵਾਰਨ ਦੀ, ਵਿਗਾੜਨ ਦੀ ਨਹੀਂ ਕਰਨੀ। ਕਿਉਂਕਿ ਵਿਗੜਿਆ ਤਾਂ ਪਹਿਲਾਂ ਹੋਇਆ, ਜਦੋਂ ਆਪਾਂ ਸਿਮਰਨ ਨਹੀਂ ਕਰਦੇ, ਸੰਗਤ ਨਹੀਂ ਕਰਦੇ, ਅਸੀਂ ਵਿਗਾੜੀ ਜਾਂਦੇ। ਸਗੋਂ ਤੇ ਸਵਾਰਨ ਦੀ ਬਜਾਏ ਅਸੀਂ ਹੋਰ ਵਿਗਾੜੀ ਜਾਂਦੇ। ਜਦੋਂ ਜੀਵ ਨੂੰ ਗਿਆਨ ਨਹੀਂ ਨਾ ਹੁੰਦਾ, ਉਹ ਵਿਗਾੜੀ ਜਾਂਦਾ ਹੋਰ, ਤਾਂਹੀਓ ਹੋਰ ਦੁਖੀ ਹੋਈ ਜਾਂਦਾ। ਜਿਉਂ-ਜਿਉਂ ਵਿਗੜਦਾ ਜਾਂਦਾ ਹੋਰ ਦੁਖੀ ਹੁੰਦਾ ਜਾਣਾ। ਸੋ ਵਿਗੜਦਾ ਕਿਵੇਂ? ਜਦੋਂ ਅਸੀਂ ਦੂਸਰਿਆਂ ਦੀ ਨਿੰਦਿਆ ਕਰਦੇ ਹਾਂ, ਕਿਸੇ ਨਾਲ ਈਰਖਾ ਨਫ਼ਰਤ ਕਰਦੇ, ਕਿਸੇ ਨੂੰ ਮਾੜੇ ਬੋਲਦੇ ਹਾਂ, ਫਿੱਕਾ ਬੋਲਦੇ ਹਾਂ, ਉਹ ਵਚਨ ਬੋਲ ਕੇ ਫਿੱਕੇ ਦੁਰਮਤ ਦੇ ਅਸੀਂ ਹੋਰ ਵਿਗਾੜਦੇ ਹਾਂ। ਅਸੀਂ ਹੋਰ ਪਰਮਾਤਮਾ ਤੋਂ ਦੂਰ ਹੋ ਜਾਂਦੇ, ਹੋਰ ਦੁਖੀ ਹੋ ਜਾਂਦੇ ਹਾਂ। ਤੇ ਇਸ ਕਰਕੇ ਹੁਣ ਜਦੋਂ ਆਪਾਂ ਸਿਮਰਨ ਕਰਾਂਗੇ ਫਿਰ ਇਹ ਸਾਡਾ ਸਫਰ ਜਾਣਾ ਹੈ। ਸੋ ਇਸ ਲਈ ਹੁਣ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ, ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ, ਸਾਨੂੰ ਸਮਝ ਲੱਗੇ, ਅਤੇ ਵੱਧ ਤੋਂ ਵੱਧ ਇਹ ਆਪਾਂ ਸਤਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਇਹ ਜੋ ਆਪਣੇ ਜੀਵਨ ਦਾ ਅਸਲ ਕਾਰਜ, ਮਾਲਕ ਨੂੰ ਮਿਲਣਾ, ਕਿਵੇਂ ਆਪਾਂ ਮਿਲਾਪ ਕਰਨਾ, ਕਿਹੜੀਆਂ ਰਸਤੇ 'ਚ ਰੁਕਾਵਟਾਂ, ਕਿਵੇਂ ਅਸੀਂ ਉਹ ਰੁਕਾਵਟਾਂ ਨੂੰ ਦੂਰ ਕਰਨਾ, ਉਹ ਸਾਰਾ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਗੁਰਮੁਖਾਂ ਨੇ ਬੜਾ ਖੁੱਲ੍ਹ ਕੇ ਭੇਦ ਦਿੱਤਾ। ਤੇ ਉਸੇ ਭੇਦ ਨੂੰ ਆਪਾਂ ਵਾਰ-ਵਾਰ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡੇ ਮਨ 'ਚ ਵਸ ਜੇ, ਹਿਰਦੇ 'ਚ ਵਸ ਜੇ, ਤੇ ਆਪਾਂ ਵੀ ਆਪਦੇ ਜੀਵਨ ਦਾ ਲਾਹਾ ਕੱਟ ਕੇ ਇੱਥੋਂ ਆਪਣਾ ਕਾਰਜ ਸਵਾਰ ਕੇ ਖੁਸ਼ੀ-ਖੁਸ਼ੀ ਆਪਦੇ ਘਰ ਜਾਈਏ। ਸਾਨੂੰ ਚਾਹ ਹੋਵੇ ਜਾਣ ਦਾ ਵੀ ਕਦੋਂ ਅਸੀਂ ਆਪਦੇ ਦੇਸ਼ ਚਲੇ ਜਾਈਏ ਸਦਾ ਵਾਸਤੇ। ਸੋ ਤਾਂ ਹੀ ਹੋਏਗਾ ਜੇ ਸਾਡਾ ਕਾਰਜ ਨਿਬੜਿਆ ਹੋਏਗਾ। ਜੇ ਨਿਬੜਿਆ ਨਹੀਂ ਫਿਰ ਤਾਂ ਡਰ ਹੁੰਦਾ ਵੀ ਹਾਏ ਮਰ ਨਾ ਜਾਈਏ, ਸਮਾਂ ਨਾ ਆ ਜੇ ਕਿਤੇ। ਉਹ ਇਸ ਵਾਸਤੇ ਹੁਣ ਇਹ ਆਪਾਂ ਜੀਵਨ ਦਾ ਲਾਹਾ ਕੱਟਣਾ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਜੀ ਕਾ
खालसा वाहिगुरु जी की